ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਦੋਂ ਤੱਕ ਤਾਂ ਇਹ ਸਰਕੂਲਰ ਆਏ ਨਾ। ਇੱਕ ਇਨਸੀਡੈਂਟ ਨੇ ਤੁਹਾਨੂੰ ਸਪਰ ਕਰਤਾ ਕਿ ਤੁਸੀਂ ਇਹ ਡਿਸੀਜਨ ਲੈ ਲਿਆ। ਅੱਜ ਤੁਸੀਂ ਇੱਕ ਇਨਸੀਡੈਂਟ ਤੋਂ ਬਾਅਦ ਇਮੀਡੀਏਟਲੀ ਲਾਇਸੈਂਸਡ ਵੈਪਨ ਖਤਮ ਕਰ ਰਹੇ। ਉਦੋਂ ਬਾਅਦ ਤੁਸੀਂ ਲਿਖਤਾ ਕਿ ਜੀ ਕੋਈ ਨਫ਼ਰਤੀ ਗੱਲ ਕਰੂਗਾ ਤਾਂ ਇਹ ਕਰਾਂਗੇ। ਵੀ ਅੱਜ ਤੱਕ ਨਫ਼ਰਤੀ ਗੱਲਾਂ ਇੰਨੇ ਸਾਲਾਂ ਤੋਂ ਹੋ ਰਹੀਆਂ ਸੀ, ਤੁਹਾਨੂੰ ਸੁੱਝੀ ਨਹੀਂ ਨਫ਼ਰਤੀ ਗੱਲ। ਪਹਿਲੀ ਗੱਲ ਤਾਂ 3 ਅਸਲਿਆਂ ਤੋਂ 2 ਅਸਲੇ ਕਰਨੇ ਆਪਦੇ ਆਪ 'ਚ ਆਰਮਜ਼ ਐਕਟ 'ਚ ਬਹੁਤ ਵੱਡੀ ਕੁਤਾਹੀ ਸੀ, ਬਹੁਤ ਵੱਡੀ ਗਲਤੀ ਆ। ਤੁਹਾਡੀ ਆਪਦੀ ਚੁਣੀ ਵੀ ਸਰਕਾਰ ਕਹਿੰਦੇ ਆਪਦੇ ਸਿਟੀਜ਼ਨਸ ਤੇ ਹੀ ਭਰੋਸਾ ਖਤਮ ਹੋ ਗਿਆ। ਇਹ ਤਾਂ ਜਮਹੂਰੀਅਤ ਤੇ ਫੰਡਾਮੈਂਟਲ ਸਵਾਲ ਖੜੇ ਕਰਦੇ ਆ। ਜਿਹੜਾ ਸਿੱਖ ਸਮਾਜ ਆ ਉਹਦੇ ਵਿੱਚ ਤਾਂ ਜਾਂ ਖਾਲਸੇ ਦੀ ਰੀਤ ਆ ਉਹਦੇ ਵਿੱਚ ਤਾਂ ਹਥਿਆਰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਹਰੇਕ ਤੁਹਾਡੀ ਕਵਿਸ਼ਰੀ 'ਚ ਤੁਹਾਡੀ ਵਾਰ 'ਚ ਹਥਿਆਰ ਆਊਗਾ। ਤੁਸੀਂ ਅਰਦਾਸ ਹੀ ਉੱਥੋਂ ਸ਼ੁਰੂ ਕਰਦੇ ਹੋ ਤਾਂ ਕੀ ਉਹ ਗਲੋਰੀਫਿਕੇਸ਼ਨ ਆਫ ਵੈਪਨ ਕਿੱਥੋਂ ਤੱਕ ਟਰੀਟ ਕਰੋਗੇ ਤੁਸੀਂ ਉਹਨੂੰ? ਮਤਲਬ ਕਿਹਨੂੰ ਚੀਜ਼ ਨੂੰ ਕੱਟਣੋਗੇ? ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਦੋਸਤ ਹਰਪ੍ਰੀਤ ਸਿੰਘ ਕਾਲੂ। ਇਹਨਾਂ ਦਿਨਾਂ ਦੇ ਅੰਦਰ ਪੰਜਾਬ ਸਰਕਾਰ ਦਾ ਇੱਕ ਆਰਡਰ ਘੁੰਮ ਰਿਹਾ। ਉਹ ਹੈਗਾ ਕਿ ਪੰਜਾਬ ਦੇ ਅੰਦਰ ਇੱਕ ਗਨ ਕਲਚਰ ਹੈ, ਉਸ ਗਨ ਕਲਚਰ ਨੂੰ ਠੱਲ ਪਾਈ ਜਾਵੇ। ਇਸ ਦੇ ਵਿੱਚ ਕਿੰਨੀਆਂ ਸੱਚਾਈਆਂ ਨੇ ਜਾਂ ਕਿੰਨੀ ਕੁ ਇਸ ਦੀ ਸਟੱਡੀ ਕੀਤੀ ਹੈ, ਇਸ ਦੇ ਬਾਰੇ ਵੱਖ-ਵੱਖ ਚਰਚਾਵਾਂ ਹੋ ਰਹੀਆਂ ਨੇ। ਚਰਚਾ ਕਰਨ ਵਾਲੇ ਬਹੁਤ ਸਾਰੇ ਵਿਦਵਾਨ ਨੇ, ਬਹੁਤ ਸਾਰੇ ਸਿੱਖਿਆ ਸ਼ਾਸਤਰੀ ਨੇ, ਬਹੁਤ ਸਾਰੇ ਇਸ ਨੂੰ ਲੈ ਕੇ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਚੱਲ ਰਹੀ ਹੈ। ਇਸ ਪੂਰੇ ਗਨ ਕਲਚਰ ਦੇ ਨੂੰ ਲੈ ਕੇ ਜਿਸ ਤਰ੍ਹਾਂ ਦਾ ਪੰਜਾਬ ਸਰਕਾਰ ਨੇ ਇੱਕ ਆਪਣਾ ਰੁਖ ਅਖਤਿਆਰ ਕੀਤਾ, ਉਸ ਦੇ ਬਾਰੇ ਬਹਿਸ ਦੋਵੇਂ ਪਾਸੇ ਹੋ ਰਹੀ ਹੈ। ਇਸ ਬਹਿਸ ਨੂੰ ਬਹੁਤ ਸੁਹਿਰਦ ਢੰਗ ਦੇ ਨਾਲ ਸਮਝਣ ਦੇ ਲਈ ਅੱਜ ਅਸੀਂ ਸਟੂਡੀਓ ਦੇ ਵਿੱਚ ਇਸੇ ਦੇ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਨੇ ਰੱਖਿਆ ਨੂੰ ਆਧਾਰ ਬਣਾ ਕੇ ਖਾਸ ਤੌਰ 'ਤੇ ਅਹਿਮਦ ਸ਼ਾਹ ਅਬਦਾਲੀ ਬਾਰੇ ਕਿਤਾਬ ਲਿਖਣ ਵਾਲੇ, ਡਿਫੈਂਸ ਸਟ੍ਰੈਟੇਜੀ ਨੂੰ ਡਿਸਕਸ ਕਰਨ ਵਾਲੇ ਅਤੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜੋ ਉਹਨਾਂ ਦੀ ਸਮਝ ਹੈ ਇਸ ਪੂਰੇ ਕਲਚਰ ਨੂੰ ਸਮਝਾਉਣ ਦੇ ਲਈ, ਉਸ ਦੇ ਉੱਤੇ ਗੱਲ ਕਰਨ ਦੇ ਲਈ ਅਜੇਪਾਲ ਸਿੰਘ ਬਰਾੜ ਹੋਣੀ। ਸੋ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਰਕਾਰ ਦਾ ਜਿਹੜਾ ਇਹ ਇੱਕ ਸਰਕੂਲੇਸ਼ਨ ਆਇਆ ਆ, ਇਹ ਪਹਿਲਾਂ ਵੀ ਆਇਆ ਸੀ ਜਦੋਂ ਸੁਰਜੀਤ ਪਾਤਰ ਹੋਣਾ ਨੂੰ ਵਿੱਚ ਲਿਆ ਕੇ ਅਤੇ ਬਾਕਾਇਦਾ ਇੱਕ ਮੀਟਿੰਗ ਹੋਈ ਸੀ ਕਿ ਜਿਸ ਦੇ ਵਿੱਚ ਹੋਇਆ ਸੀ ਕਿ ਅਜਿਹੇ ਬਹੁਤ ਸਾਰੇ ਗਾਣਿਆਂ 'ਤੇ ਪਾਬੰਦੀ ਲੱਗੇ ਜਿਸ ਦੇ ਵਿੱਚ ਹਿੰਸਾ ਪ੍ਰਮੋਟ ਹੋ ਰਹੀ ਹੈ, ਹਥਿਆਰ ਪ੍ਰਮੋਟ ਹੋ ਰਹੇ ਨੇ। ਅਤੇ ਹੁਣ ਵੀ ਇਹ ਗਨ ਕਲਚਰ ਦੇ ਬਾਰੇ ਸਰਕਾਰ ਸਖਤ ਹੋਈ ਆ। ਉਸਨੇ ਕਿਹਾ ਕਿ ਅਜਿਹੇ ਗੀਤਾਂ ਦੇ ਉੱਤੇ ਵੀ ਪਾਬੰਦੀ ਲੱਗੇ। ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਖੁੱਲ੍ਹੇਆਮ ਜੋ ਗਨ ਕਲਚਰ ਨੂੰ ਗਲੋਰੀਫਾਈ ਕੀਤਾ ਜਾਂਦਾ, ਇੱਕ ਆਪਣੇ ਆਪ ਦੇ ਵਿੱਚ ਗਲਤ ਰਵਾਇਤ ਹੈ, ਇਸ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਜਦੋਂ ਇਹ ਆਰਡਰ ਹੈ, ਇਹ ਤੁਸੀਂ ਵੀ ਪੜ੍ਹਿਆ ਆ, ਤੁਹਾਡੀ ਪਹਿਲੀ ਰਿਐਕਸ਼ਨ ਕੀ ਹੈ ਇਸ ਦੇ ਬਾਰੇ? ਇਸ ਨੂੰ ਆਪਾਂ ਜੇ ਸ਼ੁਰੂਆਤ ਦੇ ਵਿੱਚ ਗੱਲ ਤੋਰਨੀ ਹੋਵੇ ਜਾਂ ਸਮਝਣਾ ਹੋਵੇ ਕਿ ਪੰਜਾਬ ਸਰਕਾਰ ਇਸ ਨੂੰ ਸਹੀ ਲੀਹ ਤੋਂ ਸਮਝ ਰਹੀ ਹੈ, ਜੇ ਨਹੀਂ ਸਮਝ ਰਹੀ ਤਾਂ ਕਿਸ ਢੰਗ ਤੋਂ ਸਮਝਣਾ ਚਾਹੀਦਾ ਹੈ, ਅਤੇ ਦੂਸਰੇ ਪਾਸੇ ਸਮਾਜ ਦੇ ਵਿੱਚ ਵੀ ਇਸ ਦੇ ਬਾਰੇ ਕਿਸ ਤਰ੍ਹਾਂ ਦੀ ਚਰਚਾ ਹੋਣੀ ਚਾਹੀਦੀ ਹੈ? ਜੇ ਔਨ ਬ੍ਰੌਡਲੀ ਉਹ ਸਾਰੀਆਂ 6 ਦੇ 6 ਜਿਹੜੇ ਉਹਨਾਂ ਨੇ ਪੁਆਇੰਟਸ ਲਿਖੇ ਆ ਜੀ, ਜੇ ਆਪਾਂ 6 ਦੇ 6 ਪੁਆਇੰਟਸ ਹੀ ਲਈਏ ਤਾਂ ਉਹ ਬਹੁਤ ਹੀ ਅੱਬੜਵਾਇਆ ਵਾਂਗੂ ਅਚਾਨਕ ਉੱਠ ਕੇ ਜਿਵੇਂ ਕਿਸੇ ਨੇ ਨਾ ਸੋਚਿਆ ਕਿ ਵੀ ਅੱਜ ਇੱਥੇ ਆ ਪ੍ਰੋਬਲਮ, ਇਹਨੂੰ ਬੈਂਡ-ਏਡ ਐਂ ਲਾ ਦਈਏ ਬਸ। ਉੱਥੇ ਫੱਟ ਬਹੁਤ ਵੱਡਾ ਹੈ, ਜ਼ਖਮ ਬਹੁਤ ਵੱਡਾ ਹੈ, ਪ੍ਰੋਬਲਮ ਹੋਰ ਤਰ੍ਹਾਂ ਕਿਤੋਂ ਰੂਟ ਕਾਜ਼ ਉਹਦਾ ਕੋਈ ਹੋਰ ਆ, ਅਤੇ ਉਹ ਸਡਨਲੀ ਉਹਨੂੰ ਐਂ ਕੋਸ਼ਿਸ਼ ਕਰ ਰਹੇ ਆ ਕਿ ਵੀ ਇਹ ਬੈਂਡ-ਏਡ ਲਾਏ ਹੀ, ਜਿਵੇਂ ਆਪਾਂ ਕਹੀ ਵੀ ਫਰੈਕਚਰ ਟਰੀਟ ਕਰਨਾ, ਬੈਂਡ-ਏਡ ਲਾ ਰਹੇ ਆ ਜਾਂ ਕੋਈ ਹੋਰ ਹੀ ਤਰੀਕੇ ਦਾ ਟਰੀਟਮੈਂਟ ਕਰ ਰਹੇ, ਪਰ ਉਹ ਕੋਈ ਥੋਟ ਆਫ ਆਰਡਰ ਨਹੀਂ ਗਾ। ਉਹ ਕਿਸੇ ਜਿਵੇਂ ਮਤਲਬ ਕਿਸੇ ਨੇ ਐਡਹੌਕ ਡਿਸੀਜਨ ਦੇਤਾ, ਕੋਈ ਐਕਸਪਰਟਸ ਤੋਂ ਰਾਏ ਨਹੀਂ ਲਈ ਲੱਗਦੀ, ਕੋਈ ਉਹਦੇ 'ਚ ਡੈਪਥ 'ਚ ਗਏ ਨਹੀਂ ਲੱਗਦੇ, ਅਤੇ ਉਹਦੀਆਂ ਰਿਪਰਕਸ਼ਨਸ ਕੀ ਹੋ ਸਕਦੀਆਂ ਸਮਾਜ 'ਤੇ ਉਹਨੂੰ ਨਹੀਂ ਸੋਚਿਆ ਗਿਆ ਲੱਗਦਾ। ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਸਰਕਾਰ ਨੇ ਅਜਿਹਾ ਕੋਈ ਸਰਕੂਲੇਸ਼ਨ ਕੱਢਿਆ ਆ, ਉਸ ਦੇ ਵਿੱਚ ਬਹੁਤ ਸਾਰੀਆਂ ਬੇਬੁਨਿਆਦ ਚੀਜ਼ਾਂ ਨੇ, ਪਰ ਉਹ ਬੇਬੁਨਿਆਦ ਚੀਜ਼ਾਂ ਕਿਉਂ ਨੇ? ਮੇਰਾ ਖਿਆਲ ਕਿਤੋਂ ਨਾ ਕਿਤੇ ਸਰਕਾਰ ਜਿਹੜੀ ਹੈ, ਜਿਹੜੇ ਲੋਕਾਂ ਨੇ ਉਹ ਆਰਡਰ ਕੱਢਿਆ ਹੈਗਾ ਹੈ, ਉਹਨਾਂ ਨੇ ਸਮਾਜ ਨੂੰ ਜਾਂ ਉਹਦੀਆਂ ਜਿਹੜੀ ਗੱਲ ਤੋਂ ਡਰਦੇ ਆ ਉਹਦੀ ਰੂਟ ਕਾਜ਼ਸ, ਜਿਹੜੀ ਚੀਜ਼ ਨੂੰ ਰੋਕਣ ਵਾਸਤੇ ਉਹਨਾਂ ਨੇ ਕਹਿੰਦਾ ਉਹਦਾ ਰੂਟ ਕਾਜ਼ਸ ਵੱਲ ਨਹੀਂ ਤੁਰੇ, ਅਤੇ ਉਹ ਕਿਸੇ ਹੋਰ ਹੀ ਪਾਸੇ ਤੁਰ ਪਏ। ਇਲਾਜ ਉਹ ਸੋਚਦੇ ਆ ਕਿ ਉਸ ਪਾਸੇ ਹੈਗਾ। ਫॉर ਐਗਜ਼ਾਮਪਲ ਜੇ ਆਪਾਂ ਇਹ ਕਹਿੰਦੇ ਹਾਂ ਕਿ ਵੀ ਹਥਿਆਰਾਂ ਦੇ ਬਾਰੇ ਲੈ ਲਓ, ਹੈ ਨਾ, ਕਿ ਲਾਇਸੈਂਸ ਵਾਲੇ ਹਥਿਆਰ ਵੀ ਦੁਬਾਰਾ ਸਮੀਖਿਆ ਹੋਊਗੀ ਜਾਂ ਦੁਬਾਰਾ ਚੈੱਕ ਹੋਣਗੇ,
ਜਾਂ ਇਹ ਕਹਿ ਲਓ ਵੀ ਅਸੀਂ ਇਹਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ, ਹਥਿਆਰਾਂ ਨੂੰ ਕਿਸੇ ਢੰਗ ਨੂੰ ਉਹਦਾ ਪ੍ਰਦਰਸ਼ਨ ਕੰਟਰੋਲ ਕਰਨਾ ਚਾਹੁੰਦੇ ਹਾਂ, ਜਾਂ ਤਾਂ ਇਹ ਮੇਰਾ ਖਿਆਲ ਇਸ ਇਲਾਕੇ ਦੀ ਜੇ ਆਪਾਂ ਸਹੀ ਤਰ੍ਹਾਂ ਵੇਖੀਏ ਤਾਂ ਇਸ ਇਲਾਕੇ ਦੀ ਸੱਭਿਅਤਾ ਜਾਂ ਸੱਭਿਆਚਾਰ ਜਿਹੜਾ ਪੁਰਾਣਾ ਸਦੀਆਂ ਤੋਂ ਬਣਿਆ ਆ ਰਿਹਾ, ਜਿਸ ਤਰੀਕੇ ਨਾਲ ਇਹ ਸ਼ੇਪ ਹੋਇਆ ਜੀ ਖਿੱਤਾ ਉਹਦੇ ਤੇ ਲਈ ਢੁੱਕਵਾਂ ਨਹੀਂਗਾ। ਹਥਿਆਰਾਂ ਨੂੰ ਤਕਰੀਬਨ ਇੱਥੇ ਜਿੰਨੇ ਵੀ ਲੋਕ ਚਾਹੇ ਸਿੱਖ ਆ ਇਸ ਖਿੱਤੇ, ਚਾਹੇ ਹਿੰਦੂ ਆ ਬਹੁ ਗਿਣਤੀ, ਚਾਹੇ ਇਸਲਾਮ ਇਸ ਖਿੱਤੇ ਦਾ ਹਿੱਸਾ ਰਿਹਾ ਹੈ ਬਹੁਤ ਵੱਡਾ, ਹਲੇ ਵੀ ਹੈ ਲਹਿੰਦੇ ਪੰਜਾਬ ਦਾ, ਇਹ ਸਾਰਿਆਂ ਨੇ ਹਥਿਆਰਾਂ ਨੂੰ ਇੱਕ ਇੰਪੋਰਟੈਂਸ ਦਿੱਤੀ ਆਪਦੀ ਸੱਭਿਅਤਾ ਦੇ ਵਿੱਚ, ਕਲਚਰ ਦੇ ਵਿੱਚ। ਅਤੇ ਇਹਨਾਂ ਦੇ ਦੇਵੀ ਦੇਵਤਿਆਂ ਨੇ, ਪੈਗੰਬਰਾਂ ਨੇ, ਇਹਨਾਂ ਦੇ ਗੁਰੂਆਂ ਨੇ, ਸਭ ਨੇ ਹਥਿਆਰਾਂ ਨੂੰ ਇੱਕ ਖਾਸ ਇੰਪੋਰਟੈਂਸ ਦਿੱਤੀ ਆ। ਮਤਲਬ ਇਹ ਨਹੀਂ ਕਿ ਵੀ ਸਟਲ ਤਰੀਕੇ ਨਾਲ ਹੀ ਕਿਹਾ ਵੀ ਹਥਿਆਰ ਹੋਣਾ ਚਾਹੀਦਾ, ਪਰ ਉਹਨਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਹਥਿਆਰਾਂ ਨੂੰ। ਤੁਸੀਂ ਕੋਈ ਵੀ ਸਨਾਤਨ ਮਤ ਦੇ ਦੇਵੀ ਦੇਵਤੇ ਨੂੰ ਵੇਖ ਲਓ, ਕਿਸੇ ਨੂੰ ਵੀ, ਉਹਦੇ ਕੋਲ ਹਥਿਆਰ ਜ਼ਰੂਰ ਹੋਊਗਾ। ਠੀਕ ਹੈ, ਇੱਕ ਸਿਰਫ ਮੇਰਾ ਖਿਆਲ ਗਣੇਸ਼ ਹੈਗੇ ਆ ਜਿਨ੍ਹਾਂ ਦੇ ਕੋਲੇ ਵੈਪਨ ਹੈ ਨਹੀਂ, ਅਤੇ ਬਾਕੀਆਂ ਸਾਰਿਆਂ ਕੋਲੇ ਹਥਿਆਰ ਕੋਈ ਨਾ ਕੋਈ ਫਾਰਮ ਆਫ ਵੈਪਨ ਹੁੰਦਾ ਹੈ। ਭਗਵਾਨ ਰਾਮ ਨੂੰ ਧਨੁਸ਼ ਨਾਲ ਦਰਸਾਇਆ ਜਾਂਦਾ ਹੈ, ਸ਼ਿਵ ਜੀ ਨੂੰ ਹੋਰਾਂ ਨਾਲ, ਈਵਨ ਜਿਹੜੀਆਂ ਦੇਵੀਆਂ ਵੀ ਆ ਉਹ ਵੀ ਸ਼ਕਤੀ, ਅਤੇ ਉਹਨਾਂ ਕੋਲ ਤਾਂ ਮਤਲਬ ਉਹ ਤਾਂ ਵਾਇਲੈਂਸ ਪੂਰੀ ਮੈਨੀਫੈਸਟ ਹੀ ਕਰ ਰਹੀ ਹੁੰਦੀ ਹੈ ਮਤਲਬ ਜੇ ਉਸ ਤਰੀਕੇ ਨਾਲ ਵੇਖਿਆ ਜਾਵੇ ਤਾਂ ਉਹ ਇਹ ਕਹਿਣਾ ਕਿ ਵੀ ਨਹੀਂ ਇਹਦੇ ਨਾਲ ਵਾਇਲੈਂਸ ਫੈਲਦਾ ਹੈ ਨਾ, ਕੋਈ ਉਹਦੇ ਨਾਲ ਵਾਇਲੈਂਸ ਫੈਲਦਾ, ਇਹ ਨਹੀਂ ਗੀ ਗੱਲ। ਉਸ ਚੀਜ਼ ਨੂੰ ਵੇਖਿਆ ਨਹੀਂ ਗਾ। ਸਿੱਖਾਂ ਦੇ ਵਿੱਚ ਤਾਂ ਕਹਿਣ ਦੀ ਲੋੜ ਹੀ ਨਹੀਂ। 10ਵੇਂ ਪਾਤਸ਼ਾਹ ਨੇ ਆਪਾਂ ਨੂੰ ਹਥਿਆਰ ਰੱਖਣ ਨੂੰ ਕਿਹਾ ਕਿ ਹਥਿਆਰ ਬਿਨਾਂ ਤਾਂ ਮਤਲਬ ਜਿਹੜਾ ਆਦਮੀ ਆ ਉਹ ਭੇਡ ਦੇ ਬਰਾਬਰ ਹੀ ਆ। ਮਤਲਬ ਕਿਸੇ ਪਾਸੇ ਵੀ ਉਹਨੂੰ ਲੁੱਟਿਆ ਜਾ ਸਕਦਾ ਹੈ, ਉਹਨੂੰ ਕੁਛ ਵੀ ਕੀਤਾ ਜਾ ਸਕਦਾ। ਠੀਕ ਹੈ ਜੀ। ਅਤੇ ਇਸਲਾਮ ਦੇ ਵਿੱਚ ਵੀ ਸ਼ਸਤਰ ਦੀ ਬਹੁਤ ਹੀ ਇੰਪੋਰਟੈਂਟ ਹੈਗੀ ਆ ਇੰਪੋਰਟੈਂਸ। ਸੋ ਇਹ ਕਹਿਣਾ ਕਿ ਵੀ ਸਡਨਲੀ ਇੱਥੇ ਆ ਕੇ ਕਹਿ ਦੇਣਾ ਕਿ ਨਹੀਂ ਵੈਪਨ ਨਹੀਂ ਹੋਊਗਾ, ਤਾਂ ਇਹ ਕਲਚਰ ਦੇ ਤਾਂ ਜਾਂ ਸੱਭਿਅਤਾ ਦੇ ਜਾਂ ਇਤਿਹਾਸ ਦੇ ਬਿਲਕੁਲ ਵਿਰੋਧ 'ਚ ਜਾਂਦਾ। ਈਵਨ ਇਸ ਨੂੰ ਲੈ ਕੇ ਬਹੁਤ ਸਾਰੀਆਂ ਦਲੀਲਾਂ ਇੱਦਾਂ ਵੀ ਆ ਰਹੀਆਂ ਸੀ ਕਿ ਤੁਹਾਨੂੰ ਯਾਦ ਹੋਵੇ ਜਦੋਂ ਦਾਮਨੀ ਦੇ ਨਾਲ ਜ਼ਬਰ ਜਨਾਹ ਹੋਇਆ ਸੀ, ਬਹੁਤ ਮੰਦਭਾਗੀ ਘਟਨਾ ਸੀ ਜਿਸ ਨੇ ਪੂਰੇ ਦੇਸ਼ ਨੂੰ, ਦੁਨੀਆ ਨੂੰ ਹਿਲਾ ਕੇ ਰੱਖਤਾ ਸੀ। ਉਸ ਵਕਤ ਕਿਸੇ ਇੱਕ ਸਿਆਸੀ ਆਗੂ ਨੇ ਇਹ ਵੀ ਕਿਹਾ ਸੀ ਕਿ ਕੁੜੀਆਂ ਘੱਟ ਕੱਪੜੇ ਪਾਉਂਦੀਆਂ, ਇਸ ਕਰਕੇ ਬਲਾਤਕਾਰ ਹੁੰਦੇ ਨੇ, ਅਤੇ ਆਪਣੇ ਆਪ ਦੇ 'ਚੋਂ ਬਹੁਤ ਬੇਦਲੀਲੀ ਜੀ ਗੱਲ ਹੋ ਗਈ ਸੀ ਕਿ ਜੇ ਇਹ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਪੱਛਮ ਦੇ ਵਿੱਚ ਤਾਂ ਬਲਾਤਕਾਰ ਹੀ ਹੁੰਦੇ ਰਹਿਣ ਰੋਜ਼ਾਨਾ। ਕਿਤੇ ਨਾ ਕਿਤੇ ਨਬਜ਼ ਨੂੰ ਸਹੀ ਫੜਨ ਦੀ ਲੋੜ ਤਾਂ ਹੈ ਆ। ਦੂਸਰਾ ਇਸ ਦੇ ਵਿੱਚ ਇਹ ਵੀ ਬਹਿਸ ਹੋ ਰਹੀ ਹੈ ਕਿ ਘੱਟੋ ਘੱਟ ਸਰਕਾਰ ਇਹ ਵੀ ਤਾਂ ਸਪਸ਼ਟ ਕਰ ਦੇਵੇ ਕਿ ਕੀ ਉਹਨਾਂ ਨੇ ਬਾਕਾਇਦਾ ਇਸ ਦੇ ਬਾਰੇ ਕੋਈ ਰਿਸਰਚ ਕੀਤੀ ਹੈ, ਕੋਈ ਸਟੱਡੀ ਕੀਤੀ ਹੈ ਕਿ ਪਿਛਲੇ 1 ਸਾਲ ਜਾਂ 2 ਸਾਲਾਂ ਦੇ ਵਿੱਚ ਜ਼ਿਆਦਾਤਰ ਕਤਲ ਕੀ ਲਾਇਸੈਂਸੀ ਵੈਪਨ ਦੇ ਨਾਲ ਹੋਏ ਆ। ਸਰਕਾਰ ਦੀ ਚਿੰਤਾ ਕੀ ਹੈ? ਤੁਸੀਂ ਹਥਿਆਰਾਂ ਦੀ ਗੱਲ ਕਰ ਰਹੇ ਹੋ, ਕਿਤੇ ਇਹ ਤਾਂ ਨਹੀਂ ਹੈ ਕਿ ਹਥਿਆਰ ਅਤੇ ਗਨ ਕਲਚਰ ਉਹ ਇਹਨਾਂ ਨੂੰ ਦੋ ਵੱਖਰੇ ਵੱਖਰੇ ਢੰਗ ਨਾਲ ਵੇਖ ਰਹੀ ਹੋਵੇ? ਜਿੱਥੋਂ ਤੱਕ ਸਰਕਾਰ, ਆਪਾਂ ਪੁਰਾਣੇ ਕਤਲਾਂ ਨੂੰ ਛੱਡ ਦਿੰਦੇ ਹਾਂ, ਆਪਾਂ ਇਹ ਲਈਏ ਕਿ ਜਿਹੜੇ ਕਤਲ ਪ੍ਰੋਮੀਨੈਂਟ ਕਤਲ ਜਿਹੜੇ ਇਸ ਸਰਕਾਰ ਦੇ ਆਉਣ ਤੋਂ ਬਾਅਦ ਹੋਏ ਆ, ਮਾਰਚ 'ਚ, ਅਪ੍ਰੈਲ 'ਚ, ਜਾਂ ਆਪਣਾ ਜਿਵੇਂ ਸਿੱਧੂ ਮੂਸੇਵਾਲੇ ਦਾ ਹੋਇਆ, ਉਹ ਕਬੱਡੀ ਵਾਲੇ ਪਲੇਅਰਸ ਦਾ, ਕਬੱਡੀ ਪਲੇਅਰ ਦਾ ਸੁਧੀਰ ਸੂਰੀ ਦਾ ਹੋਇਆ, ਸੂਰੀ ਦਾ ਹੁੰਦਾ ਹੈ, ਜਾਂ ਡੇਰਾ ਪ੍ਰੇਮੀ ਦਾ ਹੁੰਦਾ। ਇਹ ਸਾਰਿਆਂ ਨੂੰ ਜੇ ਆਪਾਂ ਲਈਏ ਤਾਂ ਇਹਦੇ 'ਚੋਂ ਆਪਾਂ ਜੇ ਫਿਗਰਸ ਕੱਢੀਏ ਤਾਂ 95% ਜਿਹੜੇ ਹੋਮੀਸਾਈਡਸ ਹੈਗੇ ਆ ਜਾਂ ਕਤਲ ਹੈਗੇ ਆ ਜਿਹੜੇ, ਉਹ ਗੈਰ ਲਾਇਸੈਂਸੀ ਹਥਿਆਰਾਂ ਨਾਲ ਕਿਸੇ ਹੋਰ ਲੜਾਈ ਦੇ ਦੌਰ, ਮਤਲਬ ਕਿਸੇ ਹੋਰ ਗੈਂਗਸਟਰ ਟਾਈਪ ਆਫ ਵਾਰਫੇਅਰ ਦੇ ਵਿੱਚ ਹੋਏ। ਓਕੇ, ਠੀਕ ਹੈ ਜੀ। ਉਹਨਾਂ ਦੇ ਕੋਲੇ ਲਾਇਸੈਂਸਡ ਵੈਪਨ ਸੀ, ਨਹੀਂ ਸੀ, ਕੀ ਸੀ, ਹੈ ਨਾ, ਉਹ ਪਤਾ ਨਹੀਂ, ਪਰ ਇਹ ਕਿਹਾ ਜਾ ਸਕਦਾ ਵੀ ਉਹ ਸਾਰੇ ਹੀ ਗੈਰ ਲਾਇਸੈਂਸੀ ਹਥਿਆਰ ਸੀ ਜਿਨ੍ਹਾਂ ਦਾ ਕੋਈ ਸੋਰਸਿਸ ਪਤਾ ਨਹੀਂ ਕਿ ਕਿਹਦੇ ਸੀਗੇ, ਕਿਹਨੇ ਬਾਏ ਕੀਤੇ ਜਾਂ ਕਿੱਥੋਂ ਆਏ ਸੀਗੇ ਜੀ। ਅਤੇ ਇੱਕ ਹੀ ਮਰਡਰ ਆ ਜਿਹੜਾ ਲਾਇਸੈਂਸਡ ਵੈਪਨ ਨਾਲ ਹੋਇਆ, ਸੁਧੀਰ ਸੂਰੀ ਦਾ। ਅਤੇ ਉਹਨੂੰ ਵੀ ਜੇ ਆਪਾਂ ਥੋੜ੍ਹਾ ਰੂਟ ਕਾਜ਼ 'ਚ ਜਾਈਏ ਤਾਂ ਆਪਾਂ ਇਹ ਵੇਖ ਸਕਦੇ ਹਾਂ ਕਿ ਉਹਦਾ ਜਿਹੜਾ ਕਾਰਨ ਆ, ਜਿਹੜਾ ਉਹਦਾ ਰੂਟ ਕਾਜ਼ ਆ ਉਸ ਦਾ, ਉਹ ਕਿਤੇ ਉਹ ਸਰਕਾਰ ਦਾ ਜਿਹੜਾ ਇੰਪੋਰਟੈਂਸ ਹੈਗੀ ਆ, ਜਾਂ ਉਹਦਾ ਮਤਲਬ ਜਿਹੜਾ ਉਹਦਾ ਡਿਸੀਜਨ ਨਾ ਲੈਣ ਦਾ ਉਹ ਇੱਕ ਬਿਲਡਅਪ ਹੁੰਦਾ ਆ ਰਿਹਾ ਸੀਗਾ। ਅਤੇ ਉਹ ਸੂਰੀ ਨੇ ਜਿਵੇਂ ਆਪ ਹੀ ਬੁਲਾਇਆ ਸੀਗਾ, ਆਪਦਾ ਉਹਦੀ ਜ਼ੁਬਾਨ ਦਾ ਕਾਰਨ ਬਣਦਾ ਉਹਦਾ ਜਿਹੜਾ ਕਤਲ ਹੈਗਾ। ਠੀਕ ਹੈ ਜੀ। ਜੇ ਸਰਕਾਰਾਂ ਉਹ ਜੇ ਲੋਕਾਂ ਨੂੰ ਨਕੇਲ ਪਾਉਂਦੀਆਂ, ਜੇ ਉਹ ਸਰਕਾਰਾਂ ਉਹਨਾਂ ਨੂੰ ਸਿਕਿਉਰਿਟੀ ਹੀ ਨਾ ਦੇਣ ਤਾਂ ਉਹ ਲੋਕ ਬੋਲਣ ਨਾ ਜੀ। ਅਤੇ ਇਹ ਜੇ ਕਤਲ ਜਿਹੜੇ ਹੈਗੇ ਆ ਨਾ ਜੀ, ਇਹ ਤਾਂ ਮਤਲਬ ਇੱਕ ਬੰਦੇ ਨੇ ਰੰਗੀਲਾ ਰਸੂਲ ਲਿਖਤੀ ਸੀ, ਉਹਨੂੰ ਮੁਸਲਮਾਨ ਨੇ ਚਾਕੂ ਨਾਲ ਹੀ ਮਾਰਤਾ ਸੀ। ਅਤੇ ਕਿਸੇ ਦੇ ਫੇਥ ਨੂੰ ਆ ਕੇ ਤੁਸੀਂ ਹਿੱਟ ਕਰੋਗੇ, ਹੈ ਨਾ, ਉਹਦੇ ਉਸ ਚੀਜ਼ ਨੂੰ ਕਰੋਗੇ, ਤਾਂ ਉਹਦੇ 'ਚ ਲਾਇਸੈਂਸਡ ਵੈਪਨ ਆ, ਗੈਰ ਲਾਇਸੈਂਸੀ ਆ, ਕੀ ਡਾਂਗ ਆ, ਵੱਟਾ ਹੈ, ਉਹ ਕੁਛ ਵੀ ਵਰਤਿਆ ਜਾ ਸਕਦਾ, ਹੈ ਨਾ। ਤੁਸੀਂ ਕਿੱਥੋਂ ਤੱਕ ਜਾਓਗੇ? ਫਿਰ ਤਾਂ ਤੁਸੀਂ ਐਂਡ 'ਚ ਕਹਿ ਦੋਗੇ ਵੀ ਨੱਕ ਨੂੰ ਵੀ ਕੱਟ ਕੇ ਬਾਹਰ ਨਿਕਲਿਆ ਕਰੋ ਭਾਈ, ਮਤਲਬ ਸਕੇਲ ਅਪ ਕਿੱਥੇ ਕਰੋਗੇ?
ਸੋ ਜਿੱਥੇ ਤੁਹਾਡੀ ਆਪਦੀ ਨਿਆਂ ਪ੍ਰਣਾਲੀ ਫੇਲ ਹੋ ਗਈ, ਜਿੱਥੇ ਤੁਸੀਂ ਲੋਕਾਂ ਨੂੰ ਜਸਟਿਸ ਨਹੀਂ ਦਿੱਤਾ, ਜਿੱਥੇ ਲੋਕਾਂ ਦੇ ਫੇਥ ਦੀਆਂ ਧੱਜੀਆਂ ਉੱਡ ਰਹੀਆਂ ਸੀ, ਮਜ਼ਾਕ ਉਡਾਇਆ ਜਾ ਰਿਹਾ ਸੀ, ਸਪੈਸ਼ਲੀ ਮਾਈਨੋਰਿਟੀ ਦਾ ਜਿਹੜੀ ਪਹਿਲਾਂ ਹੀ ਇਨਸਿਕਿਉਰ ਫੀਲ ਕਰਦੀ ਹੁੰਦੀ ਹੈ ਆਮ ਤੌਰ 'ਤੇ। ਦੂਜਿਆਂ ਦਾ ਫਰਕ ਹੁੰਦਾ, ਜਦੋਂ ਮੈਜੋਰਿਟੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਲੈ ਵੀ ਸਕਦੀ ਹੁੰਦੀ ਹੈ, ਥੋੜ੍ਹੇ ਬਹੁਤ ਹਿਊਮਰ 'ਚ ਵੀ ਲੈ ਸਕਦੀ ਆ, ਇਹ ਵੀ ਸੋਚ ਸਕਦੀ ਵੀ ਚਲੋ ਬੋਲੀ ਜਾਂਦਾ। ਪਰ ਮਾਈਨੋਰਿਟੀ ਉਹ ਵੀ ਸਿੱਖਾਂ ਵਰਗੀ ਜਿਹੜੀ ਇੱਕ ਟਰਾਮਾ 'ਚੋਂ ਨਿਕਲੀ ਵੀ ਸੀਗੀ, ਉਹਦੇ ਵਾਸਤੇ ਤਾਂ ਸਪੈਸ਼ਲ ਤਰੀਕੇ ਨਾਲ ਡੀਲ ਹੋਣਾ ਚਾਹੀਦਾ। ਅਤੇ ਮੇਰੇ ਖਿਆਲ ਕੁਛ ਸਰਕਾਰਾਂ ਨੇ ਉਹਨੂੰ ਅੰਦਰ ਵੀ ਰੱਖਿਆ ਸੀ, ਤੁਸੀਂ ਉਹਨੂੰ ਬਾਹਰ ਕੱਢਤਾ, ਉਹ ਫਿਰ ਉਵੇਂ ਬੋਲਣ ਲੱਗ ਗਿਆ। ਤਾਂ ਇਹ ਡਿਸੀਜਨ ਇੱਥੇ ਹਥਿਆਰ ਦਾ ਮਸਲਾ ਨਹੀਂ, ਇਹ ਮਸਲਾ ਹੋਰ ਆ। ਇੱਕ ਇਹ ਵੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ, ਜਿਸ ਦੇ ਬਾਰੇ ਕਿਸੇ ਵੀ ਚੈਨਲ ਦੇ ਅੰਦਰ ਨਹੀਂ ਚਰਚਾ ਕੀਤੀ ਜਾ ਰਹੀ, ਜਾਂ ਆਮ ਇਹ ਇੱਕ ਚਰਚਾ ਨਹੀਂ ਕੀਤੀ ਜਾ ਰਹੀ ਸੁਹਿਰਦ ਢੰਗ ਨਾਲ, ਕਿ ਚਾਹੇ ਉਹ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ ਜਾਂ ਸੁਧੀਰ ਸੂਰੀ ਦਾ ਹੋਵੇ ਜਾਂ ਡੇਰਾ ਪ੍ਰੇਮੀ ਦਾ ਹੋਵੇ ਕਤਲ, ਇਹਨਾਂ ਸਭ ਦੇ ਵਿੱਚ ਸੁਰੱਖਿਆ ਵੀ ਮਿਲੀ ਹੋਈ ਸੀ। ਯਾਨੀ ਸੁਰੱਖਿਆ ਘੇਰੇ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਕਤਲ ਹੋਏ ਆ। ਕਿਤੇ ਨਾ ਕਿਤੇ ਉਹਨਾਂ ਜਾਂਚ ਏਜੰਸੀਆਂ ਦਾ ਜਾਂ ਸੁਰੱਖਿਆ ਕਟੌਤੀ ਦੀ ਖਬਰਾਂ ਦਾ ਲੀਕ ਹੋਣਾ, ਉਹ ਸਾਰੀਆਂ ਗੱਲਾਂ ਦੇ ਵਿੱਚ ਵੀ ਮੈਨੂੰ ਲੱਗਦਾ ਕਿਸੇ ਤਰ੍ਹਾਂ ਦਾ ਐਨਾਲਿਸਿਸ ਨਹੀਂ ਹੋਇਆ। ਇਹ ਜੇ ਆਪਾਂ ਥੋੜ੍ਹਾ ਜਿਹਾ ਐਨਾਲਿਸਿਸ ਇਸ ਢੰਗ ਤੋਂ ਕਰੀਏ ਤੇ ਇਹ ਥੋੜ੍ਹਾ ਸਮਝਾਓਗੇ ਕਿ ਕੀ ਵਾਕਈ ਇੱਕ ਗਨ ਕਲਚਰ ਦੀ ਪੈਦਾਇਸ਼ ਆ ਜੋ ਸਾਰਾ ਹਾਲ ਹਵਾਲ ਸਾਡੇ ਸਾਹਮਣੇ ਆ ਰਿਹਾ, ਜਾਂ ਇਸ ਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਸੁਰੱਖਿਆ ਲੈਪਸ ਜਿਹੜੇ ਹੋਏ ਆ ਪ੍ਰਸ਼ਾਸਨ ਦੇ ਨਜ਼ਰ ਤੋਂ, ਉਹਨਾਂ ਨੂੰ ਵੀ ਡਿਸਕਸ ਕਰਨਾ ਜ਼ਰੂਰੀ ਆ। ਇੱਕ ਨਾ ਆਪਾਂ ਕੀ ਹੁੰਦਾ, ਆਪਾਂ ਨਾ ਸ਼ਬਦ ਚੱਕ ਲੈਂਦੇ ਆ ਵੈਸਟ 'ਚੋਂ, ਆਪਾਂ ਗਨ ਕਲਚਰ ਇਹਨਾਂ ਨੇ ਸ਼ਬਦ ਚੱਕ ਲਿਆ। ਜਦੋਂ ਗਨ ਕਲਚਰ ਨਾਲ ਕੁਛ ਹੁੰਦਾ ਜੀ ਤਾਂ ਉਹਦੇ ਵਿੱਚ ਕਿੰਨਾ ਮਾਸ ਸ਼ੂਟਿੰਗਸ ਹੁੰਦੀਆਂ ਅਨਪ੍ਰੋਟੈਕਟਿਡ ਲੋਕਾਂ ਦੀ, ਜਿਵੇਂ USA 'ਚ ਆਪਾਂ ਕਹਿੰਦੇ ਵੀ ਗਨ ਕਲਚਰ ਆ, ਤਾਂ ਸਕੂਲ 'ਚ ਗਿਆ ਉਹਨੇ ਮਾਰਤੇ ਲੋਕ ਜੀ, ਠੀਕ ਹੈ ਜੀ, ਕੋਈ ਸਾਈਕੋਪੈਥ ਦੇ ਹੱਥ 'ਚ ਗਨ ਹੈ। ਗਨ ਕਲਚਰ ਨਾਲ ਸੁਸਾਈਡਸ ਹੋ ਸਕਦੀਆਂ ਜੀ, ਕਿ ਕੋਈ ਸਾਈਕੋਪੈਥ ਬੰਦਾ ਸੀ, ਆਪਾਂ ਉਹਨੂੰ ਵੈਪਨ ਦੇਤਾ, ਉਹਨੇ ਗੋਲੀ ਮਾਰ ਲਈ, ਠੀਕ ਆ, ਉਹਨੇ ਈਜ਼ੀਅਰ ਵੇ 'ਚ ਕੱਢ ਲਿਆ, ਹੈ ਨਾ। ਇਹ ਮਤਲਬ ਇਹ ਗਨ ਕਲਚਰ ਨਾਲ ਇਹ ਜੇ ਕਿਲਿੰਗਸ ਰਿਲੇਟਡ ਹੁੰਦੀਆਂ, ਨਾ ਕਿ ਇਹ ਜਿਹੜੀਆਂ ਕਿਲਿੰਗਸ ਹੋਈਆਂ ਜਿਹੀਆਂ, ਚਾਹੇ ਸਿੱਧੂ ਮੂਸੇਵਾਲੇ ਦੀ ਹੋਈ ਆ, ਚਾਹੇ ਡੇਰਾ ਪ੍ਰੇਮੀ ਦੀ ਹੋਈ ਆ, ਚਾਹੇ ਸੂਰੀ ਦੀ ਹੋਈ ਆ, ਚਾਹੇ ਉਹ ਕਬੱਡੀ ਪਲੇਅਰਸ ਦੀ ਹੋਈ ਆ, ਹਾਂਜੀ। ਤਾਂ ਇਹ ਜਿੰਨੀਆਂ ਕਿਲਿੰਗਸ ਹੋਈਆਂ ਇਹਦੇ ਵਿੱਚ ਦੋ ਤਿੰਨ ਗੱਲਾਂ। ਪਹਿਲੀ ਗੱਲ ਤਾਂ ਬਰੋਡਰ ਫਰੇਮਵਰਕ 'ਤੇ ਤਾਂ ਗਵਰਨਮੈਂਟ ਦੀ ਜਿਹੜੀ ਨੀਤੀ ਆ ਉਹਦਾ ਨੁਕਸ ਸੀਗਾ ਵੀ ਕਿਤੇ ਇੱਕ ਬੰਦਾ ਮਤਲਬ ਇਹਨਾਂ 'ਚੋਂ ਕੁਛ ਕਿਲਿੰਗਸ ਐਸੀਆਂ ਜਿੱਥੇ ਜਿਵੇਂ ਡੇਰਾ ਪ੍ਰੇਮੀ ਦੀ ਕਿਲਿੰਗ ਆ ਜਾਂ ਸੂਰੀ ਦੀ ਕਿਲਿੰਗ ਆ, ਉੱਥੇ ਇੱਕ ਕਮਿਊਨਿਟੀ ਫੀਲ ਕਰਦੀ ਹੈ ਵੀ ਸਾਡੇ ਨਾਲ ਨਿਆਂ ਨਹੀਂ ਸਾਨੂੰ ਮਿਲ ਰਿਹਾ, ਸਾਨੂੰ ਨਿਆਂ ਨਹੀਂ ਮਿਲੂਗਾ ਤਾਂ ਨੈਚੁਰਲ ਆ ਉਹ ਨਿਆਂ ਫਿਰ ਆਪ ਲੈਣ ਦੀ ਕੋਸ਼ਿਸ਼ ਕਰਨਗੇ। ਤਾਂ ਉਹ ਜੋ ਪੋਸੀਬਲ ਉਹਨਾਂ ਨੂੰ ਆਪਸ਼ਨਸ ਮਿਲਦੀਆਂ, ਜਿੱਥੇ ਕਿ ਮਿਲਦੀਆਂ ਉਹ ਲੈਣਗੇ। ਬਿਲਕੁਲ। ਸੋ ਜੇ ਤੁਹਾਡੀ ਜੁਡੀਸ਼ੀਅਲ, ਤੁਹਾਡੀ ਪਹਿਲੀ ਗੱਲ ਪੋਲਿਸੀ ਠੀਕ ਹੋਵੇ ਆਪਦੀਆਂ ਲੋਕਾਂ ਨਾਲ, ਅਤੇ ਦੂਸਰੀ ਗੱਲ ਸਰਕਾਰ ਦੇ ਤੌਰ 'ਤੇ ਤੁਹਾਡਾ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਹੈ, ਜਿਹਨੂੰ ਨਿਆਂ ਪ੍ਰਣਾਲੀ ਕਹਿੰਦੇ ਆ, ਜਿਹਦੇ ਵਿੱਚ ਪੁਲਿਸ ਵੀ ਆਉਂਦੀ ਆ, ਜੁਡੀਸ਼ਰੀ ਵੀ ਆਉਂਦੀ ਆ, ਉਹ ਸਿੰਪਲ ਅਤੇ ਸਟ੍ਰੇਟ ਫਾਰਵਰਡ ਅਤੇ ਟਰਾਂਸਪੇਰੈਂਟ ਹੋਵੇ। ਲੋਕਾਂ ਨੂੰ ਪਤਾ ਲੱਗੇ ਕਿ ਹਾਂ ਵੀ ਸਾਡੇ ਨਾਲ ਨਿਆਂ ਹੋ ਰਿਹਾ, ਨਿਆਂ ਕਰੋ ਵੀ ਅਤੇ ਪਤਾ ਵੀ ਲੱਗੇ ਕਿ ਨਿਆਂ ਹੋ ਰਿਹਾ। ਇਹ ਦੋਨੇ ਚੀਜ਼ਾਂ ਮਿਸਿੰਗ ਸੀਗੀਆਂ, ਤਾਂ ਇਹ ਹੋਣਾ ਪੋਸੀਬਲ ਸੀਗਾ। ਇਹ ਮਤਲਬ ਆਏ ਨਾ ਹੁੰਦਾ ਕਿਸੇ ਹੋਰ ਤਰੀਕੇ ਨਾਲ ਮੈਨੀਫੈਸਟ ਹੋ ਜਾਂਦਾ। ਠੀਕ ਹੈ। ਉਹ ਤਾਂ ਵੇਖੋ ਮਾਰਨ ਵਾਲੇ ਤਾਂ ਗੱਡੀਆਂ ਚੜਾ ਕੇ ਵੀ ਮਾਰੇ ਵੇ ਆ ਜਰਮਨੀ ਦੇ ਵਿੱਚ ਲੋਕ ਜੀ, ਠੀਕ ਹੈ, ਐਕਸ਼ਨਸ ਤਾਂ ਇਹ ਜੇ ਵੀ ਹੋਏ ਵੇ ਆ। ਸੋ ਵੈਪਨ ਕਦੀ ਵੀ ਡੈਟਰੈਂਟ ਨਹੀਂ ਹੋ ਸਕਦਾ। ਇਹ ਜੀ ਚੀਜ਼ ਦਾ, ਜਿਹੜੀ ਚੀਜ਼ ਫੇਲ ਹੋਈ ਹੈ ਇਨ ਕੇਸ ਆਫ ਕਬੱਡੀ ਪਲੇਅਰਸ ਦੇ, ਜਾਂ ਕਹਿ ਲਓ ਸਿੱਧੂ ਮੂਸੇਵਾਲੇ ਦੇ, ਜਾਂ ਹੋਰ ਜਿਹੜੀਆਂ ਕੋਈ ਕਿਲਿੰਗਸ ਹੋਈਆਂ, ਉਹਦੇ ਵਿੱਚ ਪੁਲਿਸ ਦੀ ਇੰਟੈਲੀਜੈਂਸ ਫੇਲੀਅਰ ਹੈਗਾ। ਇਹ ਜਿਹੜੀਆਂ ਕਤਲ ਆ ਉਹ ਇੰਟੈਲੀਜੈਂਸ ਜੇ ਤੁਹਾਡੀ ਪਰਪੱਖ ਹੋਵੇ, ਜੇ ਤੁਹਾਨੂੰ ਪਤਾ ਹੋਵੇ ਕੀ ਹੋ ਰਿਹਾ, ਤੁਹਾਡੀ ਐਡਮਿਨਿਸਟ੍ਰੇਸ਼ਨ ਕੰਟਰੋਲ 'ਚ ਹੋਵੇ, ਤਾਂ ਇਹ ਕਦੀ ਨਹੀਂ ਹੋ ਸਕਦਾ ਸੀਗਾ। ਹੁਣ ਸਿੱਧੂ ਮੂਸੇਵਾਲੇ ਦੀ ਤਾਂ ਬਿਲਕੁਲ ਹੀ ਡਿਜ਼ਾਸਟਰ ਸੀ। ਵੇਖੋ, ਇੱਕ ਪਾਸੇ ਇੰਟੈਲੀਜੈਂਸ ਫੇਲੀਅਰ, ਇੱਕ ਪਾਸੇ ਬੰਦਾ ਨੰਗਾ ਕਰਤਾ ਤੁਸੀਂ ਜਮਾਂ। ਉਹਦੇ ਕੋਲੇ, ਜੇ ਉਹਨਾਂ ਦੇ ਬੰਦਿਆਂ ਕੋਲੇ ਵੈਪਨਸ ਲਾਇਸੈਂਸ ਸੀ, ਚੰਗੇ ਹੁੰਦੇ, ਤਾਂ ਕਿਵੇਂ ਮਾਰ ਜਾਂਦੇ ਵੀ ਉਹ ਬੰਦੇ। ਈਵਨ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ ਸੀ, ਉਸ ਦੇ ਵਿੱਚ ਬਾਕਾਇਦਾ ਇਸ ਦਾ ਜ਼ਿਕਰ ਹੈ ਕਿ ਪੁਲਿਸ ਨੇ ਜੋ ਚਾਰਜ ਸ਼ੀਟ ਆਪਣੀ ਦਰਜ ਕੀਤੀ, ਉਸ ਦੇ ਵਿੱਚ ਉਹਨਾਂ ਨੇ ਵੀ ਮੰਨਿਆ ਆ ਕਿ ਸੁਰੱਖਿਆ ਦੇ ਵਿੱਚ ਕਟੌਤੀ ਕਰਨ ਦੀ ਖਬਰ ਨੇ ਉਹ ਪੂਰਾ ਗਰਾਊਂਡ ਤਿਆਰ ਕੀਤਾ। ਬਿਲਕੁਲ। ਹੁਣ ਵੀ ਡਰ ਆ। ਹੁਣ ਵੇਖੋ, ਜਦੋਂ ਤੁਸੀਂ ਕਹੋਗੇ ਜੀ ਲਾਇਸੈਂਸ ਵੈਪਨ ਲੈ ਲਏ, ਤੇ ਤੁਸੀਂ ਟਰੈਵਲ ਕਰਦੇ ਹੋ, ਤੁਸੀਂ ਜਰਨਲਿਸਟ ਹੋ, ਇੱਕ 100 ਕਿਸੇ ਨੂੰ ਚੰਗਾ ਵੀ ਕਿਸੇ ਦੀ ਖਬਰ ਕਰੋਗੇ, ਮਾੜੀ ਵੀ ਹੋਊਗੀ ਕਿਤੇ ਨਾ ਕਿਤੇ। ਮਤਲਬ ਐਟਲੀਸਟ ਉਹ ਇਹ ਪਰਸੀਵ ਕਰੂਗਾ ਵੀ ਮੇਰੀ ਮਾੜੀ ਹੋਗੀ, ਚਾਹੇ ਤੁਸੀਂ ਇੱਕ ਨੈਚੁਰਲ ਰਿਪੋਰਟਿੰਗ ਹੀ ਕਰ ਰਹੇ ਹੋ। ਇਸੇ ਤਰੀਕੇ ਨਾਲ ਕੋਈ ਇੱਕ ਕਿਸੇ ਐਸੀ ਜਗ੍ਹਾ 'ਚ ਰਹਿੰਦੇ ਆ, ਆਫ ਦੀ ਰੋਡ ਲੋਕ ਰਹਿੰਦੇ, ਉਹ ਹਸਬੈਂਡ ਵਾਈਫ ਜਾ ਰਹੇ ਆ, ਫੈਮਿਲੀ ਜਾ ਰਹੀ ਆ, ਰਾਤ ਨੂੰ ਘਰ ਦੇ ਵਿੱਚ ਕਈ ਢਾਣੀਆਂ 'ਚ ਲੋਕ ਰਹਿੰਦੇ ਆ ਪੰਜਾਬ 'ਚ ਵਾਧੂ, ਉਹਨਾਂ ਨੂੰ ਵੈਪਨ ਚਾਹੀਦਾ, ਠੀਕ ਹੈ। ਤਾਂ ਤੁਸੀਂ ਤਾਂ ਇੱਕਦਮ ਸਾਰੀ ਪਬਲਿਕ ਨੂੰ ਐਟ ਲਾਰਜ ਐਕਸਪੋਜ਼ ਕਰ ਰਹੇ ਹੋ ਜੀ,
ਕਿ ਇਸ ਗੱਲ ਦੇ ਉੱਤੇ ਕਿ ਵੀ ਕੋਈ ਵੀ ਉਹਨਾਂ ਤੇ ਆ ਕੇ ਹਮਲਾਵਰ ਹੋ ਸਕਦਾ। ਪਹਿਲੀ ਗੱਲ ਤਾਂ 3 ਅਸਲਿਆਂ ਤੋਂ 2 ਅਸਲੇ ਕਰਨੇ ਆਪਦੇ ਆਪ 'ਚ ਆਰਮਜ਼ ਐਕਟ 'ਚ ਬਹੁਤ ਵੱਡੀ ਕੁਤਾਹੀ ਸੀ, ਬਹੁਤ ਵੱਡੀ ਗਲਤੀ ਆ। ਕਿਸੇ ਵੀ ਇੱਕ ਹਾਊਸ ਹੋਲਡ ਨੂੰ ਜੇ ਤੁਸੀਂ ਡਿਫੈਂਸ ਦੇਣਾ, ਜੇ ਉਹਨੂੰ ਇੱਕ ਇਕੱਲੀ ਥਾਂ ਤੇ ਘਰ ਆ ਤਾਂ ਉਹਨੂੰ ਡਿਫੈਂਸ ਦੇਣਾ ਹੈ, ਤਾਂ ਮੈਂ ਇਹ ਫੀਲ ਕਰਦਾ ਕਿ ਉਹਦੇ ਕੋਲ 3 ਅਸਲੇ ਹੋਣੇ ਜ਼ਰੂਰੀ ਆ। ਇੱਕ ਉਹਦੇ ਕੋਲ ਸ਼ਾਟਗਨ ਹੋਣੀ ਜ਼ਰੂਰੀ ਆ, ਇੱਕ ਉਹਦੇ ਕੋਲ ਲੌਂਗ ਰੇਂਜ ਰਾਈਫਲ ਹੋਣੀ ਜ਼ਰੂਰੀ ਆ, ਤੇ ਇੱਕ ਨਿੱਕਾ ਮੋਟਾ ਰਿਵਾਲਵਰ ਜਾਂ ਪਿਸਟਲ ਹੋਣਾ ਚਾਹੀਦਾ ਕਲੋਜ਼ ਕੁਆਟਰ ਵਾਸਤੇ। ਇਹ 3 ਚੀਜ਼ਾਂ ਜੇ ਉਹਦੇ ਕੋਲ ਹੈਗੀਆਂ ਤਾਂ ਉਹ ਚਾਹੇ ਰੜੇ ਮੈਦਾਨ 'ਚ ਬੈਠਾ ਹੈ, ਉਹ ਸੇਫ ਆ। ਠੀਕ ਹੈ ਨਾ। ਜਦੋਂ 3 ਚੋਂ ਤੁਸੀਂ 2 ਕੀਤੇ, ਚਲੋ ਆਪਾਂ ਇਹ ਕਹਿ ਦਿੰਦੇ ਵੀ ਫੈਮਿਲੀ 'ਚ ਚਲੋ ਆਪਾਂ 2 ਜਣੇ ਰੱਖ ਲਾਂਗੇ ਜੀ, ਵੀ ਅੱਡ ਚੀਜ਼ਾਂ ਹੈ ਨਾ। ਲੌਂਗ ਰੇਂਜ ਰਾਈਫਲ ਚਾਹੀਦੀ ਹੈ, ਇੱਕ ਸ਼ਾਟਗਨ। ਮੌਬ ਨੂੰ ਕੰਟਰੋਲ ਕਰਨਾ ਤਾਂ ਉਹਨੂੰ ਸ਼ਾਟਗਨ ਚਾਹੀਦੀ ਹੈ। ਜੇ ਉਹਨੇ ਕਿਸੇ ਟਾਰਗੇਟਡ ਨੂੰ ਜਿਹੜਾ ਐਕਸਪੋਜ਼ ਕਰ ਰਿਹਾ ਮੌਬ ਨੂੰ, ਤੁਹਾਡੇ ਵੱਲ ਹਮਲੇ ਵਾਸਤੇ ਕਹਿ ਰਿਹਾ, ਉਹਨੂੰ ਹਿੱਟ ਕਰਨਾ ਤਾਂ ਉਹਨੂੰ ਦੂਜੀ ਚਾਹੀਦੀ ਹੈ। ਤਾਂ ਇਹ ਚੀਜ਼ਾਂ ਗਲਤੀ ਸੀ ਆਪਦੇ ਆਪ 'ਚ, ਪਰ ਉਹਦੇ ਤੋਂ ਖੋ ਕੇ ਤੁਸੀਂ ਜਮਾਂ ਹੀ ਨੰਗਾ ਕਰ ਦੋ ਬੰਦੇ ਨੂੰ, ਕੀ ਕਰ ਲੂਗੇ। ਇਸ ਦੀ ਬਹਿਸ ਇਸ ਤਰ੍ਹਾਂ ਵੀ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਮੰਨ ਲਓ ਕਿ ਕੱਲ੍ਹ ਨੂੰ ਕੋਈ ਐਕਸਾਈਜ਼ ਜਾਂ ਮਤਲਬ ਸ਼ਰਾਬ ਦੀ ਜਿਹੜੀ ਨੀਤੀ ਹੈ ਉਸ ਦੇ ਵਿੱਚ ਕੱਲ੍ਹ ਨੂੰ ਕਹਿ ਦਿਓ ਜੀ ਇੱਥੇ ਸ਼ਰਾਬ ਬੈਨ ਹੈ, ਅਤੇ ਸੁਭਾਵਿਕ ਹੈ ਕਿ ਨਕਲੀ ਸ਼ਰਾਬ ਵੱਧ ਜਾਏਗੀ, ਜਿਹੜੀ ਗਵਰਨਮੈਂਟ ਦੇ ਕੰਟਰੋਲ 'ਚ ਉਸ ਤਰ੍ਹਾਂ ਨਹੀਂ ਚੱਲੇਗੀ। ਜੇ ਹਥਿਆਰ ਦਾ ਵੀ ਹੈ, ਅਤੇ ਹਥਿਆਰ ਇੱਕ ਤਾਂ ਹੈਗਾ ਕਿ ਗਵਰਨਮੈਂਟ ਦੇ ਬਾਕਾਇਦਾ ਦਰਜ ਹੋ ਰਿਹਾ ਕਿ ਇਹ ਹਥਿਆਰ ਕਿਹਦੇ ਕੋਲ ਹੈ, ਕਿਸ ਤਰ੍ਹਾਂ ਆ, ਸਾਰੀਆਂ ਚੀਜ਼ਾਂ ਨੇ। ਪਰ ਜੇ ਉਹ ਵੀ ਆਪਾਂ ਉਸ ਦੇ ਉੱਤੇ ਵੀ ਨਵੇਂ ਤਰ੍ਹਾਂ ਦਾ ਇਸ ਤਰ੍ਹਾਂ ਪਾਬੰਦੀਆਂ ਲਗਾਵਾਂਗੇ ਤਾਂ ਫਿਰ ਲੋਕਾਂ ਕੋਲ ਤਾਂ ਦੂਸਰੇ ਆਪਸ਼ਨ ਵੀ ਹੁੰਦੇ ਨੇ। ਮਤਲਬ ਬਹੁਤ ਸਾਰੀ ਹਥਿਆਰਾਂ ਦੀ ਗੈਰ ਕਾਨੂੰਨੀ ਢੰਗ ਦੇ ਨਾਲ ਤਸਕਰੀ ਵੀ ਹੁੰਦੀ ਹੈ, ਤਸਕਰੀ ਅੰਦਰੋਂ ਵੀ ਹੋ ਰਹੀ ਹੈ, ਬਾਹਰੋਂ ਵੀ ਹੋ ਰਹੀ ਹੈ। ਕਿਤੇ ਨਾ ਕਿਤੇ ਸਾਰੀ ਚੀਜ਼ ਨੂੰ ਲੋਕ 2 ਤਰ੍ਹਾਂ ਰਿਲੇਟ ਕਰ ਰਹੇ ਨੇ। ਇੱਕ ਤਾਂ ਤੁਸੀਂ ਇਹ ਦੱਸੋ ਵੀ ਵਾਕਈ ਇਹ ਸਮੱਸਿਆ ਹੈ ਜਾਂ ਨਹੀਂ ਹੈ। ਮਤਲਬ ਕਿ ਗਵਰਨਮੈਂਟ ਜੇ ਮੰਨ ਰਹੀ ਹੈ ਕਿ ਗਨ ਕਲਚਰ ਹੈ, ਅਤੇ ਇੱਕ ਤਬਕਾ ਜਿਹੜਾ ਕਹਿ ਰਿਹਾ ਕਿ ਸਮੱਸਿਆ ਆ, ਕੀ ਗੀਤਾਂ ਦੇ ਪ੍ਰਭਾਵ ਨਾਲ ਇਹ ਸਮੱਸਿਆ ਆ? ਯਾਨੀ ਕਿ ਆਪਾਂ ਇੱਕ ਤਾਂ ਕਾਨੂੰਨੀ ਵਿੰਗ ਤੋਂ ਗੱਲ ਕਰਾਂਗੇ, ਦੂਸਰੀ ਗੱਲ ਕਲਚਰਲ ਵਿੰਗ ਤੋਂ ਜੇ ਸਮਝਣੀ ਹੋਵੇ ਤੇ ਇਹ ਕੀ ਹੈ। ਜਿਵੇਂ ਮਤਲਬ ਬਹੁਤ ਸਾਰੇ ਕਹਿੰਦੇ ਆ ਕਿ ਇਹਨੂੰ ਤੁਸੀਂ ਕਿਵੇਂ ਆਪਣੇ ਆਪ 'ਚ ਜੇ ਮੁਨਕਰ ਹੋਣਾ ਆ ਤਾਂ ਤੁਸੀਂ ਆਪਣੀ ਹੋਣ ਤੋਂ ਹੀ ਮੁਨਕਰ ਹੋਣ ਵਾਲੀ ਗੱਲ ਹੈ। ਕਿ ਜਿਵੇਂ ਜਵਾਕ ਹੈ, ਨਿੱਕਾ ਹੁੰਦਾ ਆ, ਉਹਨੂੰ ਤਾਂ ਅਸੀਂ ਹਥਿਆਰ ਬਾਰੇ ਨਹੀਂ ਦੱਸਿਆ, ਪਰ ਜਦੋਂ ਵੀ ਉਹ ਖਿਡੌਣਾ ਵੀ ਚੂਜ਼ ਕਰਦਾ ਤਾਂ ਉਹ ਸਭ ਤੋਂ ਪਹਿਲਾਂ ਕੋਈ ਗਨ ਜਾਂ ਕੋਈ ਉਸ ਤਰ੍ਹਾਂ ਦਾ ਖਿਡੌਣਾ ਹੀ ਵਰਤਦਾ ਆ, ਜਾਂ ਉਸ ਤਰ੍ਹਾਂ ਦਾ ਉਹ ਚੂਜ਼ ਕਰਦਾ ਆ, ਉਹਨੂੰ ਖਰੀਦਦਾ ਆ, ਉਹਨੂੰ ਤਰਜੀਹ ਦਿੰਦਾ ਆ। ਯਾਨੀ ਸਾਡੇ ਅੰਦਰ ਜਿਹੜੀ ਇੱਕ ਇਹ ਕਨੈਕਟੀਵਿਟੀ ਹੈ, ਇਹ ਤਾਂ ਇੱਕ ਤਰ੍ਹਾਂ ਦੀ ਜੈਨੇਟਿਕਲੀ ਹੈ ਆ। ਇਹ ਵੇਖੋ, ਜਦੋਂ ਹਥਿਆਰ ਲਏ ਜਾਂਦੇ ਆ ਨਾ, ਆਮ ਤੌਰ 'ਤੇ ਵੈਸਟ ਦੇ ਵੀ ਬਹੁਤ ਥਿੰਕਰਸ ਨੇ ਇਹ ਗੱਲ ਆਖੀ ਹੈ, ਮੈਡੀਸਨ ਵਰਗਿਆਂ ਨੇ ਵੀ, ਜਿਹੜੇ ਡੈਮੋਕ੍ਰੇਸੀ ਦੇ ਬਹੁਤ ਮਤਲਬ ਬਹੁਤ ਪੁਰਜ਼ੋਰ ਨਾਲ ਜਮਹੂਰੀਅਤ ਦਾ ਪ੍ਰਚਾਰ ਕਰਦੇ ਸੀ। ਉਹ ਕਹਿੰਦੇ ਸੀਗੇ ਕਿ ਵੀ ਜਿੰਨੀ ਦੇਰ ਸਿਟੀਜ਼ਨ ਕੋਲੇ ਹਥਿਆਰ ਨਹੀਂ ਗਏ ਜੀ, ਉਨੀ ਦੇਰ ਡੈਮੋਕ੍ਰੇਸੀ ਵੀ ਨਹੀਂ ਆ ਸਕਦੀ। ਕਿ ਜੇ ਸਰਕਾਰ ਵੀ ਟਾਇਰੈਂਟ ਹੋ ਜੇ ਤੁਹਾਡੇ 'ਤੇ ਤਾਂ ਤੁਸੀਂ ਉਹਨੂੰ ਰੋਕ ਸਕਦੇ ਹੋ। ਤਾਂ ਉਹ ਤਾਂ ਇੱਥੋਂ ਤੱਕ ਗਏ ਹੋਏ ਆ। ਇਸੇ ਤਰੀਕੇ ਨਾਲ ਜਿਹੜਾ ਪੰਜਾਬ ਆ, ਪੰਜਾਬ ਦੇ ਵਿੱਚ ਹਥਿਆਰ ਕਾਮਨ ਚੀਜ਼ ਸੀਗੀ ਅਤੇ ਕਿਸੇ ਨੇ ਕਦੀ ਲਏ ਨਹੀਂ ਸੀ। ਈਵਨ ਇੱਥੋਂ ਤੱਕ ਕਿ ਪੋਰਸ ਦੇ ਸਮੇਂ ਦੇ ਧਨੁਸ਼ ਕਮਾਨ ਲੋਕਾਂ ਕੋਲੇ ਪਏ ਸੀ। ਠੀਕ ਆ, ਉਹ ਮਤਲਬ ਜੱਦੀ ਚੱਲਦੇ ਆ ਰਹੇ ਸੀ, ਹੋਰ ਹਥਿਆਰ ਸੀਗੇ। ਅਤੇ ਕੋਈ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਕੋਈ ਇਹ ਨਹੀਂ ਲਿਖਿਆ ਗਿਆ ਕਿ ਬਹੁਤ ਜ਼ਿਆਦਾ ਕਤਲ ਹੋ ਜਾਂਦੇ ਸੀ ਜਾਂ ਕੁਛ। ਦੇਖੋ, ਦੁਸ਼ਮਣੀ ਵਾਲੇ ਕਤਲ ਪਰਿਵਾਰਾਂ 'ਚ, ਪਿੰਡਾਂ 'ਚ ਹੋਣੇ ਉਹ ਹੁੰਦੇ ਹੋਣਗੇ, ਠੀਕ ਆ, ਪਰ ਕੋਈ ਐਂ ਰੈਂਪੈਂਟ ਇੱਥੇ ਰੋਬਰੀ ਕਿਲਿੰਗਸ ਹੁੰਦੀਆਂ ਹੋਣ, ਇੰਨੀ ਲੌਲੈਸਨੈਸ ਹੋਣ ਦੇ ਕਈ ਵਾਰੀ ਕਈ ਪੀਰੀਅਡਸ ਆਏ ਲੌਲੈਸਨੈਸ ਦੇ, ਤਾਂ ਨਹੀਂ ਕੋਈ ਇੰਜੀ ਕੋਈ ਰਿਕਾਰਡ ਹੈ ਨਹੀਂ। ਐਟਲੀਸਟ ਸਿੱਖ ਰਾਜ ਦੇ ਵਿੱਚ ਇੰਜਾ ਕੁਛ ਹੋਇਆ ਹੋਵੇ, ਕੋਈ ਇੰਜਾ ਰਿਕਾਰਡਸ ਹੈ ਨਹੀਂ। ਪਰ ਸਭ ਤੋਂ ਪਹਿਲਾਂ ਅੰਗਰੇਜ਼ ਨੇ ਸਾਡੇ ਹਥਿਆਰ ਸਟਵਾਏ। ਠੀਕ, ਅੰਗਰੇਜ਼ ਨੇ ਜਦੋਂ ਸਿੱਖ ਰਾਜ ਲਿਆ ਹੈ ਤਾਂ ਉਹਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਇੱਕ ਤਾਂ ਕਾਇਦੇ ਖੋਏ ਆਪਣੇ, ਦੂਸਰੇ ਸਾਡੇ ਹਥਿਆਰ ਸਾਰੇ ਸਟਵਾਏ ਉਹਨੇ, ਕਿ ਵੀ ਹਥਿਆਰ ਨਹੀਂ ਰਹਿਣ ਦੇਣਾ। ਹੁਣ ਤੁਹਾਡੀ ਆਪਦੀ ਚੁਣੀ ਵੀ ਸਰਕਾਰ ਕਹਿੰਦੇ ਹੋ, ਇਹ ਜਿਹਾ ਕੰਮ ਕਰੇ ਤੁਹਾਡੇ ਨਾਲ, ਉਹ ਵੀ ਗੁਲਾਮਾਂ ਵਰਗੀ ਟਰੀਟਮੈਂਟ ਕਰੇ, ਕਿ ਕਵੇ ਕਿ ਵੀ ਐਜ਼ ਇਫ ਆਪਦੇ ਸਿਟੀਜ਼ਨਸ 'ਤੇ ਹੀ ਭਰੋਸਾ ਖਤਮ ਹੋ ਗਿਆ ਜੀ। ਇਹ ਤਾਂ ਜਮਹੂਰੀਅਤ 'ਤੇ ਫੰਡਾਮੈਂਟਲ ਸਵਾਲ ਖੜੇ ਕਰਦੇ ਆ। ਤੁਸੀਂ ਇੱਕ ਇੰਸੀਡੈਂਟ, 2 ਇੰਸੀਡੈਂਟ ਜੇ ਚਲੋ ਹੋ ਵੀ ਜਾਣ, ਵੈਸੇ ਤਾਂ ਮੈਂ ਇੰਸੀਡੈਂਟ ਹਾਲੇ ਤੱਕ ਲਾਇਸੈਂਸੀ ਹਥਿਆਰਾਂ ਨਾਲ ਮੰਨਦਾ ਨਹੀਂ, ਪਰ ਲੈਟਸ ਸੇ ਹੋ ਵੀ ਜਾਣ ਕੋਈ, ਪਰ ਕੀ 2 ਇੰਸੀਡੈਂਟਸ ਨੂੰ ਇੱਕ ਬੁਨਿਆਦ ਬਣਾ ਕੇ ਤੁਸੀਂ ਆਪਦੀ ਸੱਭਿਅਤਾ ਨੂੰ ਭੁੱਲ ਜਾਓਗੇ, ਆਪਦੇ ਕਲਚਰ ਨੂੰ ਭੁੱਲ ਜਾਓਗੇ? ਜਿਹੜੀ ਥਾਂ 'ਤੇ ਹਥਿਆਰਾਂ ਨੇ ਇੱਕ ਪੋਜ਼ੀਟਿਵ ਰੋਲ ਪਲੇ ਕੀਤਾ, ਇਨਵੇਡਰਸ ਨੂੰ ਰੋਕਿਆ ਇਹਨਾਂ ਲੋਕਾਂ ਨੇ ਹਥਿਆਰਾਂ ਨਾਲ, 9-9 ਸਾਲ, 1000 ਸਾਲ ਦਾ ਇੱਧਰ ਨੂੰ ਆਉਂਦਾ ਸੀ, ਉੱਧਰ ਦਾ ਮੂੰਹ ਮੋੜਤਾ ਉਹਨਾਂ ਲੋਕਾਂ ਨੇ। ਤੁਸੀਂ ਸਡਨਲੀ ਉਹਨਾਂ ਨੂੰ ਮਤਲਬ ਕੀ ਬਣਾਉਣਾ ਚਾਹੁੰਦੇ ਹੋ, ਕਿਸ ਤਰੀਕੇ ਦਾ ਕਲਚਰ ਬਣਾਉਣਾ ਚਾਹੁੰਦੇ ਹੋ ਉਹਨਾਂ ਦਾ? ਇਹ ਕਹਿੰਦੇ ਹੋ ਵੀ ਗਾਣਿਆਂ ਦੇ ਵਿੱਚ ਹਥਿਆਰ ਨਹੀਂ ਹੋਣੇ ਚਾਹੀਦੇ। ਕਿਹੜੇ ਗਾਣੇ ਰੋਕਣਾ ਚਾਹੁੰਦੇ ਹੋ? ਕੋਈ ਕਵਿਸ਼ਰੀਆਂ ਰੋਕਣਾ ਚਾਹੁੰਦੇ ਹੋ ਤੁਸੀਂ? ਉਹਦੇ 'ਚ ਕਹੋਗੇ ਵੀ ਕਿ ਤਾਂ ਕਵਿਸ਼ਰੀ 'ਚ ਚਮਕੌਰ ਦੀ ਗੜੀ ਦੀ ਇਹਨੇ ਕਵਿਸ਼ਰੀ ਗਾਈ ਆ, ਤਾਂ ਹਥਿਆਰਾਂ ਦੀ ਗੱਲ ਆ ਜੀ, ਠੀਕ ਆ। ਕੀ ਤੁਸੀਂ ਸ਼ਿਵ ਭਗਤ ਜਦੋਂ ਗਾਉਂਦੇ ਆ ਆਪਦੇ, ਉਹ ਤਰਸ਼ੂਲ ਦੀ ਗੱਲ ਕਰਦੇ ਆ, ਹੋਰ ਕਰਦੇ, ਮਾਤਾ ਦੇ ਭਗਤ ਕੋਈ ਗਾਉਣਗੇ, ਉਹ ਉਹਨਾਂ ਦਾ ਵੀ ਕਲਚਰ ਹੈ ਜੀ, ਠੀਕ ਹੈ ਨਾ।
ਤੇ ਅਦਰਵਾਈਜ਼ ਜਿਹੜਾ ਸਿੱਖ ਸਮਾਜ ਆ ਉਹਦੇ ਵਿੱਚ ਤਾਂ ਜਾਂ ਖਾਲਸੇ ਦੀ ਰੀਤ ਆ ਉਹਦੇ ਵਿੱਚ ਤਾਂ ਹਥਿਆਰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਹਰੇਕ ਤੁਹਾਡੀ ਕਵਿਸ਼ਰੀ 'ਚ ਤੁਹਾਡੀ ਵਾਰ 'ਚ ਹਥਿਆਰ ਆਊਗਾ। ਬਿਲਕੁਲ। ਤੁਸੀਂ ਅਰਦਾਸ ਹੀ ਉੱਥੋਂ ਸ਼ੁਰੂ ਕਰਦੇ ਹੋ ਸ੍ਰੀ ਤਾਂ ਕੀ ਉਹ ਭਗਵਤੀ ਗਲੋਰੀਫਿਕੇਸ਼ਨ ਆਫ ਵੈਪਨ? ਕਿੱਥੋਂ ਤੱਕ ਟਰੀਟ ਕਰੋਗੇ ਤੁਸੀਂ ਉਹਨੂੰ? ਮਤਲਬ ਕਿਹਨੂੰ ਚੀਜ਼ ਨੂੰ ਕੱਟਣੋਗੇ? ਥਿਨ ਲਾਈਨ ਕਿੱਥੇ ਡਰਾਅ ਕਰੋਗੇ ਕਿ ਇਹ ਲਿਰਿਕਸ ਨਾਲੇ ਗਾਣੇ ਦੇ ਲਿਰਿਕਸ ਜਾਂ ਮਿਊਜ਼ਿਕ ਉਹ ਕਿਸ ਬੰਦੇ ਤੇ ਕਿਵੇਂ ਅਸਰ ਕਰਦਾ ਉਹ ਤੁਹਾਡੇ এনवायरमेंट ਨੇ ਵੀ ਕਰਨਾ ਹੈ। ਜੇ এনवायरमेंट 'ਚ ਤੁਸੀਂ ਉਹਨੂੰ ਰਿਪਰਕਸ਼ਨ ਜਾਂ এনवायरमेंट 'ਚ ਉਹਨੂੰ ਰਿਪਰੈਸ਼ਨ ਦੇ ਰਹੇ ਹੋ ਫੇਰ ਹੀ ਉਹਨੇ ਉਵੇਂ ਅਸਰ ਕਰਨਾ ਹੈ। ਪਰ ਥੋੜ੍ਹੇ ਸਮਝਾਓ ਕਿ ਜਦੋਂ ਵਾਰ-ਵਾਰ ਗੱਲ ਆਉਂਦੀ ਹੈ ਕਿ ਗੀਤਾਂ ਦੇ ਅੰਦਰ ਅਜਿਹੀ ਗਲੋਰੀਫਿਕੇਸ਼ਨ ਅਸਰ ਪਾਉਂਦੀ ਹੈ ਕਿ ਵਾਕਈ ਮਤਲਬ ਗੀਤਾਂ ਦੇ ਅੰਦਰ ਹਥਿਆਰਾਂ ਦਾ ਇਸ ਤਰ੍ਹਾਂ ਦਾ ਗਲੋਰੀਫਿਕੇਸ਼ਨ ਅਸਰ ਪਾਉਂਦਾ ਹੈ? ਇਸ ਨੂੰ ਲੈ ਕੇ ਕੋਈ ਸਟੱਡੀ ਹੈ ਜਾਂ? ਦੇਖੋ ਜਿੰਨੀਆਂ ਕੁ ਸਟੱਡੀਜ਼ ਮੈਂ ਪੜ੍ਹ ਸਕਿਆ ਅੱਜ ਤੱਕ, ਕਿਉਂਕਿ ਇਹ ਪਹਿਲਾਂ ਵੀ ਇਸ਼ੂ ਉੱਠਿਆ ਸੀ, ਉਸ ਤੋਂ ਬਾਅਦ ਵੀ ਜਿੰਨਾ ਕੁ ਮੈਂ ਪੜ੍ਹ ਸਕਿਆ ਉਹਦੇ ਵਿੱਚ ਇਹ ਹੈ ਕਿ ਮਿਊਜ਼ਿਕ ਜਿਹੜਾ ਹੈਗਾ ਜਿਹਨੂੰ ਹੈਵੀ ਮੈਟਲ ਕਹਿੰਦੇ ਆ ਜਾਂ ਉਹ ਬੰਦੇ ਦੇ ਵਿੱਚ ਥੋੜ੍ਹਾ ਜਿਹਾ ਡੋਮੀਨੈਂਟ ਕਰਦਾ ਉਹਨੂੰ। ਓਕੇ। ਪਰ ਉਹਦੇ ਬੜੇ ਪੋਜ਼ਿਟਿਵ ਰੋਲਸ ਵੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਸਿੱਧੂ ਮੂਸੇ ਵਾਲੇ ਦੇ ਸੌਂਗ ਸੀਗੇ ਜੀ। ਹੁਣ ਬਹੁਤ ਲੋਕਾਂ ਨੇ ਉਹਨੂੰ ਹਥਿਆਰਾਂ ਦੇ ਨਾਲ ਕਿਹਾ ਜਾਂ ਇਸ ਤਰੀਕੇ ਜਿਵੇਂ ਅੱਜ ਕਹਿ ਰਹੇ ਸੀ ਕਿ ਵੀ ਇਹ ਹਥਿਆਰਾਂ ਵਾਲੇ ਗਾਉਂਦਾ, ਬਟ ਮੈਨੂੰ ਬਹੁਤ ਯੰਗਸਟਰਸ ਮਿਲੇ ਆ ਜਿਹੜੇ ਆਪਣੇ ਕਲਚਰ ਦੇ ਵੀ ਨਹੀਂ ਗੇ ਜੀ, ਜਿਹੜੇ ਇਹ ਫੀਲ ਕਰਦੇ ਆ ਕਿ ਵੀ ਉਹ ਡਿਪਰੈਸ਼ਨ ਚੋਂ ਹੀ ਬਾਹਰ ਤਾਂ ਆ ਸਕੇ ਕਿਉਂਕਿ ਉਸ ਦੇ ਮੂਸੇ ਵਾਲੇ ਨੂੰ ਸੁਣਨ ਲੱਗ ਕੇ ਮਤਲਬ ਬੜਾ ਕ੍ਰੀਏਟਿਵ ਕੰਮ ਕਰ ਸਕੇ। ਬਿਲਕੁਲ ਠੀਕ ਹੈ। ਹੁਣ ਇਹ ਚੀਜ਼ ਵੀ ਹੈ, ਇਹ ਪੋਜ਼ਿਟਿਵ ਆਸਪੈਕਟ ਆ ਕਿ ਤੁਸੀਂ ਇਹ ਸਾਰਾ ਕੁਝ ਖੋਣਾ ਚਾਹੁੰਦੇ ਹੋ ਉਸ ਜਨਰੇਸ਼ਨ ਤੋਂ ਤੇ ਉਹਨੂੰ ਥਰੋ ਕਰਨਾ ਚਾਹੁੰਦੇ ਹੋ ਉਹਦੇ ਵਿੱਚ। ਵੇਖੋ ਇਹ ਜਿਹੜਾ ਸਾਰਾ ਕੁਝ ਇਹ ਜੋ ਮੈਨੀਫੈਸਟ ਹੋ ਰਿਹਾ ਨਾ ਵਾਇਲੈਂਸ ਜਾਂ ਕੁਝ ਜਿਹਨੂੰ ਆਪਾਂ ਵਾਇਲੈਂਸ ਕਹਿੰਦੇ ਆ ਜੀ, ਇਹਦਾ ਕਿਤੇ ਤੁਹਾਡੇ ਪੂੰਜੀਵਾਦੀ ਸਮਾਜ ਦਾ ਵੀ ਇਹਦਾ ਅਸਰ ਹੈਗਾ। ਨਵ ਉਦਾਰਵਾਦੀ ਸਮਾਜ ਆ ਜਿਹੜਾ ਉਹ ਵੀ ਇਹਨੂੰ ਕਿਸੇ ਤਰੀਕੇ ਨਾਲ ਰਿਪਰੈਸ਼ਨ 'ਚੋਂ ਮੈਨੀਫੈਸਟ ਕਰਦਾ। ਪਰ ਫਿਰ ਮੈਂ ਵਾਰੀ-ਵਾਰੀ ਇੱਕੋ ਗੱਲ 'ਤੇ ਆਉਣਾ, ਜਦੋਂ ਗਨ ਕਲਚਰ ਸ਼ਬਦ ਵਰਤਿਆ ਜਾਂਦਾ ਹੈ ਤਾਂ ਗਨ ਕਲਚਰ ਵਰਤਿਆ ਜਾਂਦਾ ਜਦੋਂ ਐ ਸਪੋਰਟਿਕ ਸ਼ੂਟਿੰਗਸ ਹੋ ਜਾਣ, ਕੋਈ ਸੁਸਾਈਡਸ ਹੋ ਜਾਣ। ਆਪਣੇ ਇੱਥੇ ਜੋ ਕੁਝ ਹੋਇਆ ਇਹ ਗਨ ਕਲਚਰ ਨਹੀਂ ਗਾ। ਇੱਕ ਬੰਦੇ ਨੂੰ ਲੱਗਿਆ ਕਿ ਮੇਰਾ ਜਿਹੜਾ ਫੇਥ ਆ ਜਾਂ ਮੇਰੇ ਲੋਕਾਂ ਨੂੰ ਇੱਕ ਬੰਦਾ ਮਾੜਾ ਕਹਿ ਰਿਹਾ, ਉਹਨੇ ਉੱਠ ਕੇ ਉਹਦਾ ਬਦਲਾ ਲੈ ਲਿਆ। ਇਹਨੂੰ ਗਨ ਕਲਚਰ ਫਿਰ ਤਾਂ ਗਨ ਕਲਚਰ ਦਾ ਸਭ ਤੋਂ ਵੱਡਾ ਸ਼ਿਕਾਰ ਤਾਂ ਭਗਤ ਸਿੰਘ ਹੀ ਸੀ। ਕੀ ਆਪਾਂ ਨੂੰ ਗਨ ਕਲਚਰ ਦਾ ਸ਼ਿਕਾਰ ਕਵਾਂਗੇ? ਉਹ ਵੀ ਇਸ ਕਰਕੇ ਕਿਉਂਕਿ ਜਦੋਂ ਅਸੀਂ ਉਹਨਾਂ ਕਹਾਣੀਆਂ ਨੂੰ ਸੁਣਦੇ ਹੋਏ ਵੱਡੇ ਹੋਏ ਆ ਕਿ ਉਹ ਬੰਦੂਕਾਂ ਬੀਜਦਾ ਸੀ। ਇਹ ਕਹਾਣੀ ਆਮ ਪਪੂਲਰ ਹੈ ਨਿੱਕੇ ਨਿੱਕੇ ਜਵਾਕਾਂ ਦੇ ਅੰਦਰ। ਤੇ ਮੌਜੂਦਾ ਸਰਕਾਰ ਦਾ ਸਭ ਤੋਂ ਵੱਡੇ ਦੋ ਆਦਰਸ਼ ਉੱਭਰ ਕੇ ਆਏ ਨੇ, ਜਿਸ ਦੇ ਵਿੱਚ ਉਹ ਸ਼ਹੀਦ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦਾ ਜ਼ਿਕਰ ਕਰਦੇ ਨੇ। ਤੇ ਫਿਰ ਲੋਕ ਇਹੋ ਕਹਿੰਦੇ ਆ ਕਿ ਆਪਣੇ ਆਪ ਦੇ ਵਿੱਚ ਬੜਾ ਅਜੀਬ ਜਿਹਾ ਦੋਹਰਾ ਮਾਪਦੰਡ ਇੱਦਾਂ ਹੋ ਜਾਂਦਾ ਹੈ। ਇੱਕ ਪਾਸੇ ਕੇਂਦਰ ਸਰਕਾਰ ਦੇ ਵਿੱਚੋਂ ਇਹੋ ਜਿਹੀਆਂ ਤਜਵੀਜ਼ਾਂ ਆ ਰਹੀਆਂ ਨੇ, ਪਿਛਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿੰਦੇ ਆ ਰਹੇ ਨੇ ਕਿ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਹਰ ਬੰਦੇ ਦੀ ਇੱਕ NCC ਟ੍ਰੇਨਿੰਗ ਹੋਣੀ ਚਾਹੀਦੀ ਹੈ। ਫਿਰ ਜਦੋਂ NCC ਟ੍ਰੇਨਿੰਗ ਹੈ ਤੇ ਉਸ ਦੇ ਵਿੱਚ ਤਾਂ ਬਾਕਾਇਦਾ ਹਥਿਆਰਬੰਦ ਟ੍ਰੇਨਿੰਗ ਦੀ ਵੀ ਗੱਲ ਹੈਗੀ ਆ। ਦੂਸਰੇ ਪਾਸੇ ਤੁਹਾਡਾ ਆਦਰਸ਼ ਭਗਤ ਸਿੰਘ ਵੀ ਹੈ। ਭਗਤ ਸਿੰਘ ਦਾ ਜਿਹੜਾ ਰਾਹ ਹੈ ਉਸ ਦੇ ਵਿੱਚ ਵੀ ਇੱਕ ਹਥਿਆਰਬੰਦ ਸੰਘਰਸ਼ ਦੀ ਗੱਲ ਹੈਗੀ ਆ। ਅਤੇ ਉਸ ਦੇ ਵਿੱਚ ਜਦੋਂ ਤੁਸੀਂ ਇਹ ਕਰਦੇ ਹੋ ਫਿਰ ਲੋਕਾਂ ਨੂੰ ਲੱਗਦਾ ਕਿ ਬੜੀ ਕਨਫਿਊਜ਼ਿੰਗ ਸਿਚੁਏਸ਼ਨ ਹੈ ਕਿ ਇੱਕ ਬਸ ਇੱਕ ਵਾਵ ਰੋਲੇ ਦੇ ਅੰਦਰ ਇੱਕ ਸਟੈਪ ਆਊਟ 'ਤੇ ਚੀਜ਼ਾਂ ਕਰ ਲਈਆਂ ਅਤੇ ਉਹਦੇ ਵਿੱਚ ਫਿਰ ਲੋਕ ਇੱਥੋਂ ਤੱਕ ਵੀ ਕ੍ਰਿਟੀਸਾਈਜ਼ ਕਰ ਰਹੇ ਨੇ ਕਿ ਇੱਕ ਪਾਸੇ ਤਾਂ ਅਜਿਹੇ ਸਟੈਪ ਲੈ ਰਹੇ ਨੇ ਜਿਹੜੇ ਕਿ ਫੌਰੀ ਲੈ ਰਹੇ ਨੇ ਜਿਸ ਦੇ ਵਿੱਚ ਕੋਈ ਸੋਚਿਆ ਸਮਝਿਆ ਨਹੀਂ ਗਿਆ। ਦੂਸਰੇ ਪਾਸੇ ਜਦੋਂ ਅਸੀਂ ਇੱਕ ਸੀਰੀਅਸ ਇਸ਼ੂ ਦੇ ਉੱਤੇ ਗੱਲ ਕਰਦੇ ਹਾਂ ਉਦੋਂ ਸਰਕਾਰ ਇਹ ਬਹਾਨਾ ਲਾ ਦਿੰਦੀ ਹੈ ਵੀ ਹਜੇ ਤਾਂ ਸਾਡੇ ਕੋਲ 8 ਮਹੀਨੇ ਹੋਏ ਨੇ, ਸਾਨੂੰ ਹਜੇ ਹੋਰ ਕੰਮ ਕਰਨ ਨੂੰ ਟਾਈਮ ਦਿਓ। ਨਹੀਂ ਬਿਲਕੁਲ ਜੀ। ਵੇਖੋ ਜੇ ਆਪਾਂ ਇਸ ਆਰਡਰ ਨੂੰ ਧਿਆਨ ਨਾਲ ਵੇਖੀਏ ਨਾ ਜੀ, ਇਹ ਆਰਡਰ ਮਤਲਬ ਨਾ ਜਿਵੇਂ ਇੱਕ ਪਰਟੀਕੂਲਰ ਸ਼ਖਸੀਅਤ ਨੂੰ ਸੋਚ ਕੇ ਜਾਂ ਇੱਕ ਪਰਟੀਕੂਲਰ ਨੈਰੇਟਿਵ ਜੋ ਪੰਜਾਬ ਦੇ ਅੰਦਰ ਸਿੱਖ ਨੈਰੇਟਿਵ ਬਣ ਰਿਹਾ ਨਾ ਉਹਨੂੰ ਰੋਕਣ ਦੇ ਹਿਸਾਬ ਨਾਲ ਜਿਵੇਂ ਬਣਿਆ ਹੋਵੇ। ਓਕੇ ਠੀਕ ਹੈ ਨਾ। ਇਹ ਵੇਖੋ ਗੱਲ ਸੁਣੋ ਕਿ ਵੀ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ, ਉਦੋਂ ਬਾਅਦ ਉਹ ਕਬੱਡੀ ਪਲੇਅਰਸ ਦਾ ਉਦੋਂ ਪਹਿਲਾਂ ਹੋ ਗਿਆ, ਹੋਰ ਬੜਾ ਕੁਛ ਹੋ ਗਿਆ। ਠੀਕ ਹੈ, ਉਦੋਂ ਤੱਕ ਤਾਂ ਇਹ ਸਰਕੂਲਰ ਆਏ ਨਾ। ਅੱਜ ਤੁਸੀਂ ਇੱਕ ਇਨਸੀਡੈਂਟ ਤੋਂ ਬਾਅਦ ਇਮੀਡੀਏਟਲੀ ਲਾਇਸੈਂਸਡ ਵੈਪਨ ਖਤਮ ਕਰ ਰਹੇ ਹੋ। ਮਤਲਬ ਇੱਕ ਇਨਸੀਡੈਂਟ ਨੇ ਤੁਹਾਨੂੰ ਸਪਰ ਕਰਤਾ ਕਿ ਤੁਸੀਂ ਇਹ ਡਿਸੀਜਨ ਲੈ ਲਿਆ। ਮਤਲਬ ਉਦੋਂ ਬਾਅਦ ਤੁਸੀਂ ਲਿਖਤਾ ਕਿ ਜੀ ਕੋਈ ਨਫ਼ਰਤੀ ਗੱਲ ਕਰੂਗਾ ਤਾਂ ਇਹ ਕਰਾਂਗੇ। ਵੀ ਅੱਜ ਤੱਕ ਨਫ਼ਰਤੀ ਗੱਲਾਂ ਇੰਨੇ ਸਾਲਾਂ ਤੋਂ ਹੋ ਰਹੀਆਂ ਸੀ, ਤੁਹਾਨੂੰ ਸੁੱਝੀ ਨਹੀਂ ਨਫ਼ਰਤੀ ਗੱਲ। ਠੀਕ ਹੈ ਨਾ। ਅਤੇ ਕੱਲ੍ਹ ਨੂੰ ਤੁਸੀਂ ਕਿਸ ਚੀਜ਼ ਨੂੰ ਕਿਵੇਂ ਇੰਟਰਪ੍ਰੇਟ ਕਰੋਗੇ? ਲੈਟਸ ਸੇ ਮੈਂ ਕ੍ਰਿਟੀਕ ਕਰਦਾ ਇੱਕ ਰਿਲੀਜਨ ਦਾ ਜੀ, ਮੈਂ ਕਹਿੰਦਾ ਵੀ ਆਹ ਚੀਜ਼ ਗਲਤ ਆ, ਹੈ ਨਾ। ਲੈਟਸ ਸੇ ਵੀ ਤੀਰਥ ਨਹਾਉਣਾ ਕੋਈ ਵੱਡੀ ਗੱਲ ਨਹੀਂ ਹੈ ਨਾ, ਆਪਾਂ ਕਹਿੰਦੇ ਹੀ ਆ ਵੀ ਉਹਦੇ ਨਾਲੋਂ ਤੁਹਾਡਾ ਆਚਰਣ ਚੰਗਾ ਹੋਣਾ ਚਾਹੀਦਾ। ਲੈਟਸ ਇਹ ਕ੍ਰਿਟੀਕ ਵੀ ਬਣ ਜੂਵੇ, ਨਫ਼ਰਤੀ ਵੀ ਬਣਾਇਆ ਜਾ ਸਕਦਾ। ਇੱਕ ਐਸਾ ਇਹ ਇਹਨਾਂ ਦਿਨਾਂ 'ਚ ਇੱਕ ਘਟਨਾ ਵਾਪਰੀ ਵੀ ਹੈ ਜਦੋਂ
ਗੁਰਦੁਆਰਾ ਮੰਜੀ ਸਾਹਿਬ ਤੋਂ ਕਥਾਵਾਚਕ ਭਾਈ ਜਸਵੰਤ ਸਿੰਘ ਹੁਣਾਂ ਨੇ ਕਥਾ ਕੀਤੀ, ਤੇ ਉਹ ਕਥਾ ਗੁਰਬਾਣੀ ਦੇ ਵਿੱਚੋਂ ਹੀ ਕੀਤੀ, ਗੁਰਬਾਣੀ ਦੇ ਹੀ ਆਧਾਰ ਲਏ, ਗੁਰਬਾਣੀ ਦੇ ਰੈਫਰੈਂਸ ਲਏ, ਤੇ ਉਸ ਦੇ ਉੱਤੇ ਬਕਾਇਦਾ ਲక్ష్ਮੀਕਾਂਤਾ ਚਾਵਲਾ ਨੇ ਕੇਸ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ। ਤੇ ਸਵਾਲ ਇਹ ਵੀ ਹੈ ਫਿਰ ਕਿ ਗੁਰਬਾਣੀ ਬਦਲਣ ਤੇ ਆ ਜਾਵਾਂਗੇ, ਇਹ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ ਬਣ ਜਾਏਗਾ। ਕਿੱਥੇ ਇੰਟਰਪ੍ਰੀਟੇਸ਼ਨ ਕਰੋਗੇ ਕਿਸੇ ਚੀਜ਼, ਜੇ ਕੋਈ ਚੀਜ਼ ਕ੍ਰਿਟੀਕ ਕਰਦੇ ਆ ਆਪਾਂ, ਇੱਕ ਜੈਨੂਇਨ ਕ੍ਰਿਟੀਕ ਵੀ ਕਰਦੇ ਆ, ਤਾਂ ਉਹ ਕੋਈ ਬੰਦਾ ਉਹਨੂੰ ਨਫ਼ਰਤ ਵੀ ਸੋਚ ਸਕਦਾ, ਉਹ ਤਾਂ ਉਹਨੇ ਡਿਫਾਈਨ ਕਰਨਾ ਹੈ ਨਾ ਜੀ। ਤੇ ਜੇ ਮੈਂ ਰੋਂਗ ਇੰਟੈਂਸ਼ਨ ਨਾਲ ਉਹਨੂੰ ਨਫ਼ਰਤ ਡਿਫਾਈਨ ਕਰਾਂ ਤਾਂ ਮੈਂ ਕਿਸੇ ਚੀਜ਼ ਨੂੰ ਵੀ ਰੋਕ ਸਕਦਾ। ਠੀਕ ਹੈ, ਸੋ ਇਹ ਜਿਹੜੀਆਂ ਐਡਹੌਕਿਜ਼ਮ ਸ਼ੋ ਕੀਤਾ ਨਾ ਸਰਕਾਰ ਨੇ, ਕਿ ਸਡਨਲੀ ਇੱਕ ਵੀ ਸਾਰੇ ਚੈੱਕ ਹੋਣਗੇ, ਹੈ ਨਾ, ਚੈੱਕ ਹੋਣਗੇ ਵੀ ਕਰਪਸ਼ਨ ਹੋਊਗੀ, ਹੈ ਨਾ, ਹੈ, ਤੇ ਵੀ ਆਪਣਾ ਤੁਸੀਂ ਮੰਨ ਰਹੇ ਹੋ ਵੀ ਇਹਦੇ ਵਿੱਚ ਕਰਪਸ਼ਨ ਹੋਊਗੀ ਜੀ? ਰੈਂਪੈਂਟ ਇੰਨੇ ਬੰਦਿਆਂ ਦੀ ਚੈਕਿੰਗ ਕਿਵੇਂ ਪੋਸੀਬਲ ਹੈ ਜੀ? ਕਰਪਸ਼ਨ ਕਿਉਂ ਨਹੀਂ ਹੋ ਸਕਦੀ ਜੀ? ਕਰਪਸ਼ਨ ਨਹੀਂ ਹੋਊਗੀ ਤਾਂ ਫੇਵਰਿਟਿਜ਼ਮ ਹੋ ਜਾਊਗਾ, ਯਾਨੀ ਕਿ ਇੱਕ ਭਾਈਬੰਦੀ ਦੇ ਅੰਦਰ ਸਿਫਾਰਸ਼ਾਂ ਦਾ ਸਿਫਾਰਸ਼ਾਂ ਚੱਲ ਪੈਣਗੀਆਂ, ਹੈ ਨਾ। ਕਿੰਨਾ ਕੁਛ ਸਡਨਲੀ ਤੁਸੀਂ ਆਪਦੇ ਸਿਟੀਜ਼ਨਸ ਨੂੰ ਸਾਰਿਆਂ ਨੂੰ ਵੇਖੋ, ਮਤਲਬ ਜਿੰਨੇ ਅੱਜ ਤੱਕ ਤੁਸੀਂ ਹਥਿਆਰ ਦਿੱਤੇ ਆ, ਤੁਸੀਂ ਉਹ ਬੰਦਿਆਂ ਨੂੰ ਸਾਰਿਆਂ ਨੂੰ ਸ਼ੱਕੀ ਗਿਣ ਲਿਆ। ਮਤਲਬ ਕਿੱਡੀ, ਮਤਲਬ ਕੀ ਬੇਹੂਦਾ ਤਰੀਕਾ ਜੀ ਇੱਕ ਜਮਹੂਰੀਅਤ ਦੇ ਵਿੱਚ, ਸਾਰੇ ਬੰਦੇ ਮਤਲਬ ਗਲਤ ਗਿਣ ਲਏ ਮਤਲਬ ਇੱਕ, ਮਤਲਬ ਆਪਾਂ ਮਤਲਬ ਬੇਸਿਕਸ ਆਫ ਹਿੰਦੁਸਤਾਨ ਦੇ ਲਾਅ ਦਾ ਇਹ ਕਹਿਣਾ ਹੈ ਕਿ ਵੀ ਜਿੰਨੀ ਦੇਰ ਉਹ ਬੰਦਾ ਪ੍ਰੂਵ ਨਹੀਂ ਆਪਾਂ ਕਰ ਦਿੰਦੇ ਗਲਤ ਆ ਉਹਨਾਂ ਦਾ, ਤੇ ਸਡਨਲੀ ਤੁਸੀਂ ਹੁਣ ਕਹਿੰਦੇ ਵੀ ਸਾਰੇ ਗਲਤ ਆ, ਆਪਾਂ ਦੁਬਾਰਾ ਉਹ ਮੋਰੀ ਸਾਈਨ ਟਪਾਉਣੇ ਆ ਕਿ ਜੈਨੂਨ ਹੈ ਕਿ ਨਹੀਂ ਹੈ। ਕਿਹੜੇ ਨੂੰ, ਮਤਲਬ ਕਿਹਨੂੰ ਤੁਸੀਂ ਕਿਵੇਂ ਕੀ ਸੋਚ ਰਹੇ ਹੋ? ਮਤਲਬ ਤੁਸੀਂ ਸੋਚ ਰਹੇ ਹੋ ਸਾਰੇ ਹਥਿਆਰ ਜਿੰਨੇ ਅੱਜ ਤੱਕ ਦਿੱਤੇ, ਜਿੰਨੇ ਸਿਟੀਜ਼ਨਸ ਇੱਥੇ ਘੁੰਮ ਰਹੇ ਆ, ਇਹ ਸਾਰੇ ਹੀ ਗਲਤ ਹੈਗੇ ਆ, ਇਹਨਾਂ ਨੂੰ ਦੁਬਾਰਾ ਚੈੱਕ ਕਰਾਂਗੇ ਅਸੀਂ, ਇਹਨਾਂ ਦੇ ਇਸ ਦਿਮਾਗ ਨੂੰ ਦੁਬਾਰਾ ਚੈੱਕ ਕਰਨਾ ਕਿੱਧਰ ਜਾ ਰਹੇ ਆ। ਥੋੜ੍ਹਾ ਜਿਹਾ 2-3 ਸਵਾਲ ਇਸ ਤਰ੍ਹਾਂ ਦੇ ਲੈਣੇ ਚਾਹੀਦੇ ਆ ਵੀ ਤਾਂ ਕਿ ਸਮਝਾਓ ਸਾਡੇ ਦਰਸ਼ਕਾਂ ਨੂੰ। ਜਦੋਂ ਆਪਾਂ ਹਥਿਆਰ ਦੀ ਗੱਲ ਕਰਦੇ ਹਾਂ, ਮਤਲਬ ਇਹ ਮੰਨ ਲਿਆ ਜਾਂਦਾ ਆ ਕਿ ਇਹ ਇੱਕ ਹਿੰਸਾ ਦਾ ਰੂਪ ਆ। ਕੀ ਹਥਿਆਰ ਵਾਕਈ ਹਿੰਸਾ ਦਾ ਰੂਪ ਹੁੰਦਾ, ਜਾਂ ਅਹਿੰਸਾ ਦੀ ਬਹਿਸ ਇੱਕ ਹੋਰ ਹੁੰਦੀ ਹੈ, ਹਥਿਆਰ ਹੋਰ ਸ਼ੈ ਆ? ਦੇਖੋ, ਪਹਿਲੀ ਗੱਲ ਤਾਂ ਮੈਂ ਨਾ ਹਿੰਸਾ ਤੇ ਅਹਿੰਸਾ ਵਰਗੇ ਸ਼ਬਦਾਂ ਨੂੰ ਆਪਾਂ ਬਾਈਨਰੀ 'ਚ ਵੇਖਣਾ ਹੀ ਗਲਤ ਆ। ਓਕੇ, ਇੱਕ ਹਿੰਸਾ ਤੋਂ ਲੈ ਕੇ ਅਹਿੰਸਾ ਤੱਕ ਇੱਕ ਲੰਬਾ ਸਪੈਕਟਰਮ ਹੁੰਦਾ ਹੈ ਨਾ। ਹਿੰਸਾ ਤਾਂ ਸ਼ਬਦਾਂ ਤੋਂ ਸ਼ੁਰੂ ਹੋ ਜਾਂਦੀ ਆ, ਜਾਂ ਮੈਂ ਕਹਿੰਦਾ ਵੀ ਸੋਚ ਤੋਂ ਹੀ ਸ਼ੁਰੂ ਹੋ ਜਾਂਦੀ। ਤਾਂ ਉਹ ਹਿੰਸਾ ਦਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੇ ਹਥਿਆਰ ਜੇ ਵਰਤਿਆ ਗਿਆ ਤਾਂ ਉਹਦਾ ਇੰਟੈਂਸ਼ਨ ਹਿੰਸਾ ਸੀ ਕਿ ਅਹਿੰਸਾ ਸੀ। ਮਤਲਬ ਉਹਨੇ ਹਥਿਆਰ ਨੇ ਫਰਦਰ ਕੀ ਪ੍ਰਮੋਟ ਕੀਤਾ। ਬਿਲਕੁਲ ਠੀਕ ਹੈ ਨਾ। ਹੁਣ ਜਿਵੇਂ ਫੋਰ ਐਗਜ਼ਾਮਪਲ ਅੱਜ ਦੀ ਡੇਟ 'ਚ ਗੋਡਸੇ ਨੂੰ ਇਹ ਕਹਿੰਦੇ ਆ ਕਿ ਵੀ ਉਹਨੇ ਹਥਿਆਰ ਸਹੀ ਵਰਤਿਆ, ਹੈ ਨਾ। ਇੱਕ ਸੈਕਸ਼ਨ ਹੈ ਆਪਣੇ ਬਹੁਤ, ਬਿਲਕੁਲ ਠੀਕ ਹੈ ਨਾ। ਉਹ ਕਹਿੰਦਾ ਵੀ ਉਹਨੇ ਜੈਨੂਅਨ ਹਥਿਆਰ ਵਰਤਿਆ। ਭਗਤ ਸਿੰਘ ਦਾ ਆਪਾਂ ਹੁਣੇ ਹੀ ਗੱਲ ਕਰਕੇ ਹਟੇਂਗੇ। ਭਗਤ ਸਿੰਘ ਦਾ ਜਿਹੜਾ ਹਥਿਆਰ ਵਰਤਣਾ ਸੀਗਾ ਜੀ, ਜਾਂ ਊਧਮ ਸਿੰਘ ਦਾ ਜਿਹੜਾ ਹਥਿਆਰ ਵਰਤਣਾ ਸੀ, ਜੇ ਆਪਾਂ ਉਹ ਇਹ ਕਹਿੰਦੇ ਆ ਵੀ ਉਹਨੇ ਫਰਦਰ ਹਿੰਸਾ ਰੋਕਣ ਵਾਸਤੇ ਉਹ ਕੋਈ ਹਿੰਸਾ ਨਹੀਂ ਕੀਤੀ, ਉਹਨੇ ਆਪਦੀ ਬੈਟਰਮੈਂਟ ਵਾਸਤੇ ਵਰਤਿਆ, ਤਾਂ ਆਪਾਂ ਹਥਿਆਰ ਦੀ ਵਰਤੋਂ ਨੇ ਕੀ ਕੀਤਾ ਫਰਦਰ, ਉਹਦੀ ਗੱਲ ਕਰਾਂਗੇ। ਤਾਂ ਹਥਿਆਰ ਤਾਂ ਇੱਕ ਟੂਲ ਆ, ਹੈ ਨਾ। ਅਸਲ ਚੀਜ਼ ਤਾਂ ਸੋਚ ਆ। ਸੋਚ 'ਚ ਐਨੀਮਸ ਜਾਂ ਤੁਹਾਡਾ ਮਤਲਬ ਉਹ ਚੀਜ਼ ਪਈ ਆ ਕਿ ਨਹੀਂ ਪਈ, ਹੈ ਨਾ। ਹਿੰਸਾ ਪਈ ਆ ਕਿ ਨਹੀਂ ਪਈ, ਉਹ ਗੱਲ। ਹਥਿਆਰ ਤਾਂ ਬਹੁਤ ਜਗ੍ਹਾ ਹਿੰਸਾ ਰੋਕੂਗਾ। ਜਿਵੇਂ ਹੁਣ ਇਹ ਕਹਿੰਦੇ ਜੀ ਹਥਿਆਰਾਂ ਦਾ ਪ੍ਰਦਰਸ਼ਨ ਨਾ ਕਰੋ ਜੀ, ਤੇ ਜੇ ਪ੍ਰਦਰਸ਼ਨ ਕਰਾਂਗੇ ਤਾਂ ਸਗੋਂ ਫਾਇਦਾ, ਸਾਹਮਣਾ ਨਹੀਂ ਮਾਰੂਗਾ ਵੀ। ਪ੍ਰਦਰਸ਼ਨ ਨਾਲ ਕਿਹੜਾ ਵਾਇਲੈਂਸ ਹੋ ਜਾਂਦਾ ਹੈ? ਤੁਸੀਂ ਇਹ ਕਹੋ ਜੀ ਲੋੜ ਤੋਂ ਵੱਧ ਬ੍ਰੈਂਡਿਸ਼ਿੰਗ ਨਾ ਕਰੋ, ਮੰਨ ਗਏ। ਪਰ ਇੱਕ ਗੱਲ ਦੱਸੋ, ਮੈਨੂੰ ਸ਼ਾਟਗਨ ਆ ਮੇਰੇ ਕੋਲੇ, ਮੈਂ ਉਹ ਬਾਹਰ ਲੈ ਕੇ ਜਾਣੀ ਆ, ਮੈਨੂੰ ਡਿਫੈਂਸ ਵਾਸਤੇ ਚਾਹੀਦੀ ਆ। ਹੁਣ ਮੈਂ ਕਿਵੇਂ ਲੈ ਕੇ ਜਾਊਂਗਾ ਵੀ? ਸਮਝਾਓ ਕੋਈ ਤਰੀਕਾ। ਕਿ ਉਹਨੂੰ ਕਿਸੇ ਲਿਫਾਫੇ ਲਫੂਫੇ 'ਚ ਬੰਨ੍ਹ ਕੇ ਲੈ ਜਾਊਂਗਾ ਡਾਂਗ ਵਾਂਗੂ? ਫਿਰ ਉਹ ਜਦੋਂ ਮੈਂ ਖੋਲੂੰਗਾ ਚਲਾਊਂਗਾ ਉਦੋਂ ਮੇਰੀ ਸਿਕਿਉਰਿਟੀ ਕੀ ਕਰੂਗਾ? ਖੋ ਕੇ ਹੋਰ ਲੈ ਜੂ ਜੀ। ਸੋ ਇਹ ਕਹਿ ਸਕਦੇ ਕਿ ਹਾਂ ਵੀ ਪਰਪਸਲੀ ਬ੍ਰੈਂਡਿਸ਼ ਨਾ ਕਰੋ। ਕੋਈ ਗਾਈਡਲਾਈਨਸ ਹੋਣ ਉਹਦੀਆਂ ਕਿ ਵੀ ਤੁਸੀਂ ਬੈਰਲ ਨੂੰ ਐਂ ਰੱਖਣਾ, ਫਲਾਨਾ ਰੱਖਣਾ, ਇਹ ਮੰਨ ਸਕਦੇ। ਪਰ ਇਹ ਕਹਿਣਾ ਕਿ ਬਈ ਇਹ ਹਿੰਸਾ, ਹਥਿਆਰ ਹੀ ਹਿੰਸਾ ਹੈ, ਇਹ ਗਲਤ ਗੱਲ ਆ। ਹਥਿਆਰ ਤਾਂ ਕੱਲ ਨੂੰ ਮੈਂ ਉਹੀ ਕਹਿਣਾ ਕਿ ਇਨਸਾਨ ਦੇ ਤਾਂ ਨਹੁੰ ਵੀ ਹਿੰਸਾ, ਫਿਰ ਤਾਂ ਵੱਟਾ ਵੀ ਹਿੰਸਾ ਹੈ, ਡਾਂਗ ਵੀ ਹਿੰਸਾ ਹੈ, ਠੀਕ ਹੈ ਨਾ। ਮਤਲਬ ਇਹ ਤਾਂ ਹਿੰਸਾ ਤਾਂ ਸੋਚ 'ਚ ਹਿੰਸਾ ਹੈ, ਨਾ ਕਿ ਉਹ ਟੂਲ 'ਚ ਹਿੰਸਾ। ਇੱਕ ਇਹ ਵੀ ਸਮਝਾਓ ਕਿ ਜਦੋਂ ਆਪਾਂ ਆਰਮਡ ਐਕਟ ਦੀ ਗੱਲ ਕਰਦੇ ਹਾਂ, ਜਾਂ ਜਿਸ ਦੇ ਤਹਿਤ ਸਾਨੂੰ ਲਾਇਸੈਂਸ ਸ਼ੁਦਾ ਹਥਿਆਰ ਮਿਲਦੇ ਆ, ਪ੍ਰੋਵਾਈਡ ਹੁੰਦੇ ਆ, ਮਤਲਬ ਡੈਮੋਕ੍ਰੇਟਿਕ ਸਟਰਕਚਰ ਦੇ ਅੰਦਰ ਅਜਿਹੀ ਜਿਹੜੀ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਤਾਂ ਕਿ ਹਰ ਨਾਗਰਿਕ ਕੋਲ ਹਥਿਆਰ ਹੋਣ ਉਹਨਾਂ ਕੋਲ, ਮਤਲਬ ਇਹਦੀ ਮਗਰ ਭਾਵਨਾ ਕੀ ਸੀ ਜਿਹੜੀ ਸ਼ਾਇਦ ਸਰਕਾਰ ਨਹੀਂ ਸਮਝ ਰਹੀ, ਜਾਂ ਮੌਜੂਦਾ ਢਾਂਚਾ ਨਹੀਂ ਸਮਝ ਰਿਹਾ, ਜਾਂ ਅਸੀਂ ਉਹਨੂੰ ਹੋਰ ਤਰ੍ਹਾਂ ਲੈਣਾ ਸ਼ੁਰੂ ਕਰ ਦਿੱਤਾ?
ਦੇਖੋ ਜੀ, ਹਥਿਆਰ ਤਾਂ ਇੱਕ ਮਤਲਬ ਹਿਊਮਨ ਇੱਕ ਰਾਈਟ ਆ ਸਿਟੀਜ਼ਨ ਦਾ, ਹੈ ਨਾ, ਬੇਸਿਕਲੀ ਤਾਂ ਰਾਈਟ ਆ। ਅਤੇ ਭਾਰਤ 'ਚ ਵੀ ਪਹਿਲਾਂ ਇਹ ਰਾਈਟ ਉਹ ਸੀਗਾ, ਠੀਕ ਹੈ। ਹੌਲੀ ਹੌਲੀ ਪਹਿਲਾਂ ਕਲੋਨੀਅਲ ਰੂਲ ਨੇ, ਫਿਰ ਜਦੋਂ ਕਲੋਨੀਅਲ ਰੂਲ ਤੋਂ ਮੌਜੂਦਾ ਭਾਰਤ ਦੀ ਸਟੇਟ ਬਣੀ, ਇਹਨੇ ਹੌਲੀ ਹੌਲੀ ਉਹਨੂੰ ਕਰਬ ਕਰਦੀ ਆ ਰਹੀ ਆ। ਸਟੇਟ ਕਿਉਂਕਿ ਕਿਤੇ ਨਾ ਕਿਤੇ ਆਪ ਕਮਜ਼ੋਰ ਆ ਜਾਂ ਆਪਦੇ ਸਿਟੀਜ਼ਨਸ ਤੋਂ ਹੀ ਇਨਸਿਕਿਉਰ ਫੀਲ ਕਰਦੀ ਆ, ਤਾਂ ਹੀ ਇਹ ਇੰਝ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਜਿਹੜੀਆਂ ਬਿਲਕੁਲ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ, ਜਿੱਥੇ ਬਿਲਕੁਲ ਲੋਕ ਆਜ਼ਾਦ ਹੈਗੇ ਆ, ਜਿੱਥੇ ਗੁਲਾਮ ਪ੍ਰਵਿਰਤੀ ਨਹੀਂ ਗੀ, ਜਿਵੇਂ USA ਵਰਗੇ ਦੇ ਮੁਲਕਾਂ 'ਚ। ਹਾਲਾਂਕਿ ਉੱਥੇ ਤਾਂ ਇਦੋਂ ਵੀ ਵੱਧ ਖਤਰਨਾਕ ਹਥਿਆਰ ਹੈ, ਉਹਦੇ 'ਤੇ ਵੀ ਚਲੋ ਕੋਈ ਨਾ ਕੋਈ ਡਿਬੇਟ ਹੋਣਾ ਚਾਹੀਦਾ ਕਿ ਕਿਵੇਂ ਆ। ਪਰ ਬਾਕੀ ਥਾਵਾਂ 'ਤੇ ਲੋਕਾਂ ਕੋਲ ਹਥਿਆਰਾਂ ਦੀ ਕੋਈ ਇਹ ਨਹੀਂ ਕਿ ਹਥਿਆਰ ਰੱਖ ਨਹੀਂ ਸਕਦੇ। ਹਾਂ, ਕੁਛ ਮੁਲਕਾਂ 'ਚ ਇਹ ਆ, ਕੈਨੇਡਾ ਹੈ ਜਾਂ ਕਈ ਆ, ਤਾਂ ਤੁਸੀਂ ਉਹਨੂੰ ਫਾਰਮ ਭਰਨਾ ਪੈਂਦਾ ਵੀ ਮੈਂ ਇੱਥੋਂ ਇੱਥੇ ਲੈ ਕੇ ਜਾ ਰਿਹਾ ਜਾਂ ਵਰਤੋਂ ਕਰ ਰਿਹਾ, ਤਾਂ ਕਿ ਗਵਰਨਮੈਂਟ ਦੀ, ਜਿਵੇਂ ਤੁਸੀਂ ਆਖਿਆ, ਵੀ ਨਿਗਾਹ 'ਚ ਰਵੇ ਕਿ ਹਥਿਆਰ ਕਿੱਥੇ ਮੂਵ ਰਿਹਾ, ਠੀਕ ਹੈ। ਪਰ ਕਲੋਜ਼ ਵਿਸਿਨਿਟੀ 'ਚ ਉੱਥੇ ਵੀ ਪ੍ਰੋਬਲਮ ਨਹੀਂ ਗੀ ਤੁਹਾਨੂੰ ਲਿਜਾਣ 'ਤੇ, ਠੀਕ ਹੈ ਜੀ। ਤਾਂ ਉਹ ਜਿਹੜੀ ਚੀਜ਼ ਹੈਗੀ ਆ, ਉਹ ਇਹ ਇੱਕ ਸਿਟੀਜ਼ਨ ਦੀ ਰਾਈਟ ਆ। ਜਿਵੇਂ ਡਰਾਈਵਿੰਗ ਲਾਇਸੈਂਸ ਤੁਹਾਡੀ ਰਾਈਟ ਆ, ਹੈ ਨਾ, ਤੁਹਾਨੂੰ ਹੋਣਾ ਚਾਹੀਦਾ ਹੈ। ਜਾਂ ਗਵਰਨਮੈਂਟ ਨੇ ਇਨਫੋਰਸ ਕਰਤਾ ਕਿ ਵੀ ਤੂੰ ਗੱਡੀ ਚਲਾਉਣੀ ਆ ਤਾਂ ਭਾਈ ਤੇਰੇ ਕੋਲ ਲਾਇਸੈਂਸ ਹੋਣਾ ਚਾਹੀਦਾ, ਉਵੇਂ ਹਥਿਆਰ ਰੱਖਣਾ ਤਾਂ ਉਹਦੇ ਕੋਲ ਲਾਇਸੈਂਸ ਹੋਣਾ ਚਾਹੀਦਾ। ਪਰ ਹਥਿਆਰ ਰੱਖਣਾ ਆਪਦੀ ਸਵੈ ਰੱਖਿਆ ਵਾਸਤੇ ਜਾਂ ਈਵਨ ਸ਼ੌਂਕ ਵਾਸਤੇ ਇੱਕ ਸਿਟੀਜ਼ਨ ਦਾ ਇੱਕ ਇੰਡੀਪੈਂਡੈਂਟ ਕੰਟਰੀ ਦੇ ਵਿੱਚ ਰਾਈਟ ਆ, ਠੀਕ ਹੈ ਜੀ। ਸੋ ਉਹਦੇ ਉੱਤੇ ਐਕਟ ਬਣ ਗਿਆ ਕਿ ਕਿਉਂਕਿ ਇਹਦਾ ਪੋਟੈਂਸ਼ੀਅਲ ਡੈਮੇਜ ਹੋ ਸਕਦਾ ਤਾਂ ਕਿਵੇਂ ਇਹਦੇ ਕੌਣ ਕਿੰਨੇ ਕੁ ਰੱਖ ਸਕਦਾ, ਕਿਵੇਂ ਰੱਖ ਸਕਦਾ, ਸਪੋਰਟਸਮੈਨ ਕਿਵੇਂ ਰੱਖ ਸਕਦਾ, ਦੂਜਾ ਸ਼ੌਕੀਆ ਕਿਸੇ ਨੇ ਰੱਖਣੇ ਕਿਵੇਂ ਰੱਖ ਸਕਦਾ, ਹੰਟਿੰਗ ਵਾਸਤੇ ਕਿਵੇਂ ਵਰਤ ਸਕਦਾ, ਅਤੇ ਪ੍ਰੋਟੈਕਸ਼ਨ ਵਾਸਤੇ ਕਿਵੇਂ ਰੱਖ ਸਕਦਾ। ਠੀਕ, ਉਹਦੇ ਉੱਤੇ ਬੇਸਿਕ ਚੈੱਕ ਇੱਕ ਪੁਲਿਸ ਦਾ ਕਰ ਦਿੰਦੇ ਆ ਕਿ ਵੀ ਕੋਈ ਹੀਨੀਅਸ ਕ੍ਰਾਈਮ ਵਾਲਾ ਬੰਦਾ ਤਾਂ ਨਹੀਂ, ਕੋਈ ਕ੍ਰਿਮੀਨਲ ਆਦਮੀ ਦੇ ਹੱਥ 'ਚ ਤਾਂ ਨਹੀਂ ਅਸੀਂ ਦੇ ਰਹੇ ਵੈਪਨ, ਠੀਕ ਹੈ। ਉਹਨਾਂ ਕੁ ਚੈੱਕ ਇਜ਼ ਓਕੇ। ਉਹ ਵੀ ਬਹੁਤ ਜ਼ਿਆਦਾ ਚੈੱਕ ਆ, ਆਪਣੇ ਇੰਨਾ ਛੋਟਾ ਚੈੱਕ ਨਹੀਂ, ਬਹੁਤ ਜ਼ਿਆਦਾ ਸਟਰੋਂਗ ਚੈੱਕ ਆ, ਓਕੇ, ਠੀਕ ਹੈ ਜੀ। ਤਾਂ ਉਹ ਯੂਜ਼ ਵੀ ਹੁੰਦਾ, ਫੇਵਰਸ ਦੇਣ ਦੇ ਵਿੱਚ ਵੀ ਯੂਜ਼ ਹੁੰਦਾ, ਮਿਸਯੂਜ਼ ਵੀ, ਮਤਲਬ ਯੂਜ਼ ਹੁੰਦਾ ਕਹਿ ਲਓ, ਕਿ ਵੀ ਫੇਵਰਸ ਦਿੱਤੇ ਜਾਂਦੇ ਆ। ਕੋਈ ਪਾਰਟੀਆਂ ਵੱਧ ਆਪਦੇ ਕੋਲ ਹਥਿਆਰ ਰੱਖ ਲੈਂਦੀਆਂ, ਕੋਈ ਘੱਟ ਰੱਖ ਕਿਸੇ ਨੂੰ ਨਹੀਂ ਦਿੰਦੇ। ਅਤੇ ਪੰਜਾਬ ਦੇ ਵਿੱਚ ਹੋਇਆ ਵੀ ਆ, ਅਕਾਲੀਆਂ ਕੋਲ ਕੰਪੈਰੇਟਿਵਲੀ ਘੱਟ ਵੈਪਨਸ ਸੀਗੇ ਕਾਂਗਰਸ ਵਾਲਿਆਂ ਨਾਲੋਂ। ਕਾਂਗਰਸ ਨੇ ਬਹੁਤ ਵੈਪਨਸ ਵੰਡੇ ਆਪਦੇ ਬੰਦਿਆਂ ਨੂੰ, ਈਵਨ ਲੈਫਟ ਨੂੰ ਬੜੇ ਵੈਪਨਸ ਦਿੱਤੇ ਉਹਨਾਂ ਨੇ। ਅਤੇ ਇਹ ਚੀਜ਼ ਹੈ, ਠੀਕ ਹੈ। ਅਤੇ ਇਹ ਲਾਅ ਬੇਸਿਕ ਲਾਅ ਹੈਗਾ, ਇਹ ਰਾਈਟ ਹੈਗੀ ਆ। ਅਤੇ ਉਸ ਮੇਰਾ ਖਿਆਲ ਉਹਦੇ ਬਿਯੋਂਡ ਜਾ ਕੇ, ਠੀਕ ਹੈ, ਇੱਕ ਲਾਅ ਫਰਦਰ ਲੈ ਕੇ ਆਉਣਾ, ਤਾਂ ਉਹ ਤਾਂ ਫਿਰ ਬਿਲਕੁਲ ਗਲਤ। ਉਹ ਤਾਂ ਪੁਲਿਸ ਸਟੇਟ ਕ੍ਰੀਏਟ ਕਰਨ ਵਾਲੀ ਗੱਲ ਹੋ ਗਈ। ਜਦੋਂ ਆਰਮਜ਼ ਐਕਟ ਕਹਿੰਦਾ ਕਿ ਤੁਸੀਂ ਵੈਪਨ ਵੀਅਰ ਕਰ ਸਕਦੇ ਹੋ, ਤਾਂ ਸਫੀਸ਼ੀਐਂਟ ਮੇਰਾ ਖਿਆਲ ਉਹਨਾਂ ਨੇ ਸੋਚ ਕੇ ਬਣਾਇਆ ਹੋਊਗਾ। ਪਰ ਜਿਸ ਤਰ੍ਹਾਂ ਦੀ ਇਹ ਚਰਚਾ ਚੱਲ ਰਹੀ ਹੈ, ਇਸ ਦੇ ਵਿੱਚ ਜਾਂਦੇ ਜਾਂਦੇ ਇਹ ਜ਼ਰੂਰ ਕਨਕਲੂਡ ਕਰੋ ਕਿ ਇਹ ਪੂਰੀ ਪ੍ਰੋਸੈਸ ਦੇ ਅੰਦਰ ਜੇ ਗਵਰਨਮੈਂਟ ਨੇ ਇਸ ਨੂੰ ਇਸ ਢੰਗ ਦੇ ਨਾਲ ਲਿਆ ਜੋ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਬੇਬੁਨਿਆਦ ਹੈ, ਇਹਨੂੰ ਇਸ ਢੰਗ ਨਾਲ ਨਹੀਂ ਲੈਣਾ ਚਾਹੀਦਾ, ਇਹਦੇ ਡੈਪਥ ਦੇ ਅੰਦਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਰਿਸਰਚ ਦੇ ਵਿੱਚ ਦੇਖਣਾ ਚਾਹੀਦਾ, ਉਹਨੂੰ ਐਨਾਲਿਸਿਸ ਕਰਨਾ ਚਾਹੀਦਾ, ਮਾਹਰਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਇਹ ਇਸੇ ਤਰ੍ਹਾਂ ਹੀ ਬਸ ਹਲਕਾ ਉੱਪਰੋਂ ਇੱਕ ਚੁੱਕ ਲਿਆ ਆ ਅਤੇ ਉਸ ਦੀ ਡੈਪਥ ਦੇ ਵਿੱਚ ਨਹੀਂ ਗਏ। ਪਰ ਦੂਸਰੇ ਪਾਸੇ ਬਹੁਤ ਸਾਰਾ ਇੱਕ ਤਬਕਾ ਜਿਹੜਾ ਕਹਿੰਦਾ ਕਿ ਸਮੱਸਿਆ ਤਾਂ ਹੈ ਆ, ਇਸ ਦੇ ਵਿੱਚ ਫਿਰ ਅਜਿਹੀ ਕਿਹੜੀ ਟਾਈਮ ਲਾਈਨ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ? ਸਰਕਾਰ ਨੂੰ ਵੀ ਸਮਝਣ ਦੀ ਲੋੜ ਹੈ ਅਤੇ ਸਰਕਾਰ ਦੇ ਨਾਲ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ। ਜੀ, ਮੈਂ ਇਹ ਸਮਝਦਾ ਕਿ ਸਰਕਾਰ ਨੇ ਉੱਤੋਂ ਤਾਂ ਇਹ ਸ਼ੋਅ ਕੀਤਾ ਕਿ ਅਸੀਂ ਮਸਲੇ ਦਾ ਹੱਲ ਕੱਢਿਆ ਹੈ, ਓਕੇ। ਪਰ ਫਿਰ ਮੈਂ ਦੁਬਾਰਾ ਉਹ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਸਰਕਾਰ ਨੇ ਐਜ਼ ਇਫ ਜਿਹੜਾ ਸਿੱਖ ਨੈਰੇਟਿਵ ਬਣਦਾ ਜਾ ਰਿਹਾ ਸੀ, ਉਹਦੇ ਉੱਤੇ ਇੱਕ ਤਰ੍ਹਾਂ ਸ਼ਿਕੰਜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਰਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਬੜਾ ਗਲਤ ਜਿਹਾ ਤਰੀਕਾ ਅਪਣਾਇਆ, ਬੜਾ ਕਰੂਡ ਮੈਥਡ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਉਹ ਮੈਥਡ ਅਪਣਾ ਕੇ ਇੱਕ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਅੰਡਰਲਾਈਨ ਉਹਦੀ ਇੰਟੈਂਸ਼ਨ ਇਹ ਹੈਗੀ ਹੈ ਸਰਕਾਰ ਦੀ। ਉੱਤੋਂ ਉਹਨੇ ਜ਼ਰੂਰ ਇਹ ਸ਼ੋਅ ਕੀਤਾ ਕਿ ਉਹਨੇ ਬਹਾਨਾ ਲੱਭਿਆ ਹੈ ਕਿ ਵੀ ਇਹ ਗਨ ਕਲਚਰ ਆਏ, ਅਸੀਂ ਗਨ ਕਲਚਰ ਕਰਕੇ ਬੰਦ ਕਰ ਰਹੇ ਹਾਂ, ਸੌਂਗਸ ਇਹ ਕਰਦੇ ਆ, ਫਲਾਨੀ ਚੀਜ਼ ਇਹ ਕਰਦੀ ਆ, ਉਹ ਗੱਲ। ਜੇ ਸਰਕਾਰ ਐਕਚੁਅਲੀ ਜੈਨੂਅਨਲੀ ਇੰਟਰਸਟਡ ਹੈਗੀ ਆ ਕਿ ਇਹ ਜਿਹੇ ਇੰਸੀਡੈਂਟਸ ਨਾ ਹੋਣ ਅੱਗੇ ਤੋਂ, ਜੇ ਉਹ ਚਾਹੁੰਦੀ ਆ ਕਿ ਵੀ ਇਹ ਕਰਬ ਹੋ ਜੇ ਅੱਗੇ ਤੋਂ, ਤਾਂ ਟਾਈਮਲੀ ਜਸਟਿਸ ਡਿਲੀਵਰ ਕਰੇ। ਬੇਅਦਬੀ ਦਾ ਕੇਸ ਲਟਕ ਰਿਹਾ, ਲਗਾਤਾਰ ਲਟਕ ਰਿਹਾ, ਠੀਕ ਆ। ਉੱਥੇ ਡਿਸਕੰਟੈਂਟਮੈਂਟ ਹੈ ਇੱਕ ਪੂਰੀ ਕਮਿਊਨਿਟੀ ਦੀ, ਉਹਨੂੰ ਡਿਲੀਵਰ ਕਰੋ। ਜੋ ਵੀ ਹੈ ਸੱਚ ਝੂਠ ਜਿਵੇਂ ਵੀ ਆ, ਦਲੇਰ ਹੋ ਕੇ ਕਹੋਗੇ ਵੀ ਆਹ ਗੱਲ ਸੱਚੀ ਆ, ਬਿਲਕੁਲ ਸਾਡੇ ਲਾਅ ਦੇ ਹਿਸਾਬ ਨਾਲ ਆਹ ਹੈ, ਠੀਕ ਹੈ ਨਾ। ਤੁਸੀਂ ਪਬਲਿਕ ਗੈਲਰੀ ਵੀ ਪਲੇ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਹੋ, ਲਟਕਾਉਣਾ ਵੀ ਚਾਹੁੰਦੇ, ਇਹ ਛੱਡ ਦੇਣ। ਇਹ ਚੀਜ਼ਾਂ ਹੀ ਇੰਝ ਹੀ ਕੰਮ ਕਰਵਾਉਂਦੀਆਂ। ਦੂਸਰੀ ਗੱਲ ਹੈ ਕਿ ਜਿਹੜੇ ਲੋਕ ਐਕਚੁਅਲੀ ਵਿਦ ਇੰਟੈਂਸ਼ਨ ਟੂ ਹਰਟ ਅਦਰਸ ਬੋਲਦੇ ਆ, ਠੀਕ ਹੈ। ਇੱਕ ਤਾਂ ਹੋ ਗਿਆ ਨਾ ਜੈਨੂਅਨ, ਜਿਵੇਂ ਮੰਜੀ ਸਾਹਿਬ ਤੋਂ ਕਥਾ ਹੋਈ ਹੈ, ਉਹ ਜੈਨੂਅਨ ਇੱਕ ਗੱਲ ਹੈਗੀ ਹੈ, ਜਾਂ ਕੋਈ ਹੋਰ ਬੰਦਾ ਵੀ ਚਲੋ ਕਰ ਸਕਦਾ,
ਸਿੱਖ ਆਪਣੇ ਤੇ ਵੀ ਸਵਾਲ, ਸਿੱਖ ਧਰਮ ਤੇ ਵੀ ਲੋਕ ਸਵਾਲ ਚੱਕ ਲੈਂਦੇ ਆ ਕਈ ਕਿ ਵੀ ਤੁਸੀਂ ਐਂ ਕਿਉਂ ਕਰਦੇ ਹੋ, ਐਂ ਕਿਉਂ ਕਰਦੇ ਹੋ। ਜੇ ਉਹ ਜੈਨੂਅਨ ਹੈ, ਜੇ ਉਹਦੀ ਇੰਟੈਂਸ਼ਨ ਜੈਨੂਅਨ ਆ, ਜੇ ਉਹ ਚੱਕਦਾ ਤਾਂ ਉਹਦੇ ਤੇ ਚਲੋ ਇੱਕ ਜੈਨੂਅਨ ਕ੍ਰਿਟੀਕ ਕਰਕੇ ਉਹਦੇ ਤੇ ਕਰੋ। ਤੇ ਜਿਹੜਾ ਪਰ ਕੋਈ ਐਕਚੁਅਲੀ ਨਫ਼ਰਤ ਫੈਲਾ ਰਹੇ ਆ, ਕੁਝ ਪਰਸਨੈਲਿਟੀਜ਼ ਮਾਰਕ ਹੋ ਚੁੱਕੀਆਂ, ਆਪਾਂ ਨੂੰ ਸਭ ਨੂੰ ਪਤਾ ਉਹ ਬੰਦੇ ਕਰਦੇ ਹੀ ਇਹ ਆ, ਉਹ ਭੜਕਾਉਣ ਵਾਸਤੇ ਫਿਰ ਉਹਨਾਂ ਨੂੰ ਸਪਰੈਡ ਹੁੰਦੀ ਉਹਨਾਂ ਦੀ ਨਿਊਜ਼ ਤੇ ਉਹ ਫੈਲਾਉਂਦੇ ਆ। ਉਹਨਾਂ ਤੇ ਨਕੇਲ ਪਾਓ, ਉਹਨਾਂ ਨੂੰ ਸਮਝਾ ਦਿਓ ਕਿ ਭਾਈ ਸਿਕਿਉਰਿਟੀ ਨਹੀਂ ਮਿਲਣੀ, ਤੇ ਉਹਨਾਂ ਨੂੰ ਜੇ ਲੋੜ ਆ ਤਾਂ ਤਾੜ ਦਿਓ, ਜੇ 4 ਬੰਦੇ ਹੈ ਕਿ ਹੋਮ ਅਰੈਸਟ ਹੀ ਕਰ ਦਿਓ ਜੀ, ਤੇ ਹਾਊਸ ਅਰੈਸਟ ਕਰ ਦਿਓ ਉਹਨਾਂ ਨੂੰ, ਹੈ ਮੀਡੀਆ ਨੂੰ ਕਹਿ ਦਿਓ ਕਿ ਉਹਨੂੰ ਨਾ ਜੇ ਭੜਕਾਊ ਲੋਕਾਂ ਨੂੰ ਦਿਖਾਉਣ। ਤੇ ਜਿੱਥੋਂ ਤੱਕ ਗੱਲ ਆ ਜਾਂਦੀ ਹੈ ਕਿ ਵੀ ਸੌਂਗਸ ਕਿਹੋ ਜਿਹੇ ਹੋਣੇ ਚਾਹੀਦੇ ਆ, ਇਹ ਮੈਂ ਵਾਰੀ ਗੱਲ ਕਹਿਣਾ ਕਿ ਵੀ ਸੌਂਗਸ ਦੀ ਜੇ ਤੁਸੀਂ ਕੁਆਲਿਟੀ ਜਾਂ ਮਿਆਰ ਚੱਕਣਾ ਚਾਹੁੰਦੇ ਹੋ ਤਾਂ ਮੇਰਾ ਖਿਆਲ ਜੇ ਕਮਲੇ ਜਿਹੇ ਲੌਜ਼ ਲਿਆ ਕੇ ਇੱਕ ਸੈਂਸਰਸ਼ਿਪ ਹੋਰ ਬਿਠਾ ਕੇ, ਇੱਕ ਮਤਲਬ ਸੈਂਸਰਸ਼ਿਪ ਦੇ ਉੱਤੇ ਸੈਂਸਰਸ਼ਿਪ ਹੋਰ ਲਗਾਉਣ ਦੀ ਬਜਾਏ ਆਈ ਥਿੰਕ ਸੈਮੀਨਾਰਸ, ਇੰਟਰੈਕਸ਼ਨ ਸੈਸ਼ਨਸ ਵਿਦ ਸਿੰਗਰਸ, ਰਾਈਟਰਸ ਤੇ ਪਬਲਿਕ ਨਾਲ ਉਹ ਬੈਟਰ ਤਰੀਕਾ ਹੈਗਾ ਕਿ ਜਿਹਦੇ ਵਿੱਚ ਲੋੜ ਜੋਗਾ ਬੈਲੈਂਸ ਬਣਿਆ ਰਹੇ। ਠੀਕ ਹੈ ਨਾ, ਮਤਲਬ ਬਿਲਕੁਲ ਤੁਸੀਂ ਹਥਿਆਰਾਂ ਨੂੰ ਮੰਨਫੀ ਹੋ ਕੇ, ਜਿਵੇਂ ਮੈਂ ਕਿਹਾ, ਇਸ ਕਲਚਰ 'ਚੋਂ ਨਹੀਂ ਚੱਲ ਸਕਦੇ। ਹਥਿਆਰ ਨੂੰ ਕਿਵੇਂ ਪੋਰਟਰੇ ਕਰਨਾ ਹੈ ਉਹਦੇ ਵਿੱਚ ਜਾਗਰੂਕ ਕਰਵਾ ਦੇ ਲੋਕਾਂ ਨੂੰ, ਉਹ ਜੇ ਸੌਂਗਸ ਆਉਣ ਤਾਂ। ਸੋ ਬਹੁਤ ਬਹੁਤ ਸ਼ੁਕਰੀਆ।